बट ਜਿਹੜਾ ਬੰਦਾ ਸੈਲਰ ਹੈ, ਵੇਚਣ ਵਾਲਾ ਹੈ, ਉਹ ਕਿਸੇ ਨੂੰ ਵੀ ਮੈਨੂਪੂਲੇਸ਼ਨ ਦੇ ਥਰੂ ਉਸ ਚੀਜ਼ ਫਸਾ ਸਕਦਾ ਵੀ ਆ ਦੇਖੋ ਲਿਖਿਆ ਹੋਇਆ ਇੰਨੀ ਕੀ ਚੀਜ਼। ਬਟ ਉਹ ਸਾਡੇ ਵਾਲੀ ਕੰਟਰੀ 'ਤੇ ਲੱਗ ਰਹੀ ਹੈ ਚੀਜ਼, ਸਾਡੀ ਕੰਟਰੀ 'ਚੋਂ ਬੰਦੇ ਜਾ ਰਹੇ ਨੇ, ਇਹ ਨਹੀਂ ਹੁੰਦਾ ਹੈਗਾ ਜੀ। ਹਾਂ, ਸੋ ਇਸ ਕਰਕੇ ਇਹ ਤਾਂ ਹੁਣ ਇਹ ਹੈ ਵੀ ਜੇ ਅਸੀਂ ਸੈਲਰ ਨੂੰ ਨਹੀਂ ਫੜ ਸਕਦੇ ਹੈਗੇ ਤਾਂ ਐਟਲੀਸਟ ਜਿਹੜਾ ਹੈਗਾ ਕਲਾਇੰਟ ਜਾਂ ਸਟੂਡੈਂਟ ਜਾਂ ਬਾਇਰ, ਉਹਨੂੰ ਹੀ ਆਪਣੇ ਆਪ ਨੂੰ ਇਸ ਚੀਜ਼ ਵਾਸਤੇ ਅਵੇਅਰ ਕਰਨਾ ਪਊਗਾ, ਕਿਉਂਕਿ ਜਦ ਤੱਕ ਉਹ ਨਹੀਂ ਅਵੇਅਰ ਹੋਊਗਾ ਉਨੀ ਦੇਰ ਤੱਕ ਇਸ ਤਰ੍ਹਾਂ ਦੀਆਂ ਇਹ ਚੀਜ਼ਾਂ ਮਾਰਕੀਟ 'ਚ ਚੱਲਦੀਆਂ ਰਹਿਣਗੀਆਂ। ਕਿਉਂਕਿ ਪੇਰੈਂਟਸ ਨੂੰ ਪਹਿਲਾਂ ਤਾਂ ਜੱਜ ਕਰਨਾ ਚਾਹੀਦਾ ਵੀ ਕਿਹੜੇ ਬੰਦੇ ਸਹੀ ਨੇ। ਜਿਵੇਂ ਉਹਨਾਂ ਦੀ ਸੁਸਾਇਟੀ 'ਚ ਹੀ ਬੰਦੇ ਨੇ, ਤੁਹਾਨੂੰ ਅਣਜਾਣ ਬੰਦੇ ਨੂੰ ਜੱਜ ਜਾ ਕੇ ਕਰਨ ਦੀ ਲੋੜ ਨਹੀਂ ਹੈ। ਤੁਸੀਂ ਆਪਣੇ ਆਲੇ ਦੁਆਲੇ ਦੇ, ਸਪੋਜ਼ ਤੁਹਾਡੇ ਹੀ ਕੋਈ ਆਲੇ ਦੁਆਲੇ ਦੇ ਘਰਾਂ ਦੇ ਵਿੱਚੋਂ ਸਰਕਾਰੀ ਅਫਸਰ ਹੈ, ਤੁਸੀਂ ਉਹਨੂੰ ਕਹੋ ਵੀ ਮੈਨੂੰ ਆਹ ਹੈਲਪ ਚਾਹੀਦੀ ਹੈ, ਵੀ ਮੈਨੂੰ ਬੰਦੇ ਮਿਲਾ। ਉਹਦੇ ਨਾਲ ਕੀ ਫ਼ਰਕ ਪੈਣਾ ਹੈ ਵੀ ਜਦੋਂ ਇਸ ਤਰ੍ਹਾਂ ਦੇ ਬੰਦੇ ਦੇ ਫੋਨ ਤੋਂ ਬਾਅਦ ਜਾਂ ਕਿਸੇ ਕਿਸਮ ਨਾਲ, ਤਾਂ ਐਟਲੀਸਟ ਇੱਕ ਕ੍ਰੈਡੀਬਿਲਿਟੀ ਦਾ ਪਤਾ ਲੱਗ ਜੂਗਾ। ਇੱਕ ਤਾਂ ਬੰਦੇ ਨੇ ਉਹਨੇ ਨਹੀਂ ਗਲਤ ਬੰਦੇ ਕੋਲੇ ਗਾਈਡ ਕਰਨਾ ਛੇਤੀ ਜੀ, ਦੂਸਰਾ ਜਿਹਨੂੰ ਦੱਸਤਾ ਫਿਰ ਉਹਨੇ ਵੀ ਉਸ ਚੀਜ਼ ਨੂੰ ਵਿੱਚ ਕੰਸੀਡਰ ਕਰਨਾ ਜੀ ਵੀ ਵਿੱਚ ਇਹਦੇ ਮਤਲਬ ਐਜੂਕੇਟਡ ਬੰਦੇ ਹੈਗੇ ਨੇ, ਜਿਹੜੀ ਚੀਜ਼ ਆਪਾਂ ਐਵੇਂ ਨਹੀਂ ਮਤਲਬ ਕਿਸੇ ਚੀਜ਼ ਨੂੰ ਉਹ ਕਰ ਸਕਦੇ। ਫਿਰ ਕਈ ਵਾਰ ਕੀ ਹੁੰਦਾ ਵੀ ਸਾਡੀ ਹੀ ਫੈਮਿਲੀ 'ਚੋਂ ਕੋਈ ਬੰਦੇ ਗਏ ਹੋਏ ਨੇ, ਗੱਲ ਉਹਨਾਂ ਦੀ ਵੀ ਸੁਣੋ, ਉਹਨਾਂ ਨੂੰ ਵੀ ਦੱਸੋ। ਡਿਸੀਜਨ ਕਿਸੇ ਜਲਦੀ ਦੇ ਵਿੱਚ ਨਾ ਲਓ। ਵੈਲਕਮ ਟੂ ਰੀਸੈਂਟ ਟਾਈਮਸ। ਮੈਂ ਮਾਮੂਨ ਰਸ਼ੀਦ ਇੱਕ ਫੇਰ ਬੈਸਟ ਪਰਸਨੈਲਿਟੀ ਨੂੰ ਲੈ ਕੇ ਔਰ ਇੱਕ ਬੈਸਟ ਇਨਫੋਰਮੇਸ਼ਨ ਨੂੰ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਹਮਣੇ। ਰੀਸੈਂਟ ਟਾਈਮ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਬੈਸਟ ਤੋਂ ਬੈਸਟ ਇਨਫੋਰਮੇਸ਼ਨ ਤੁਹਾਡੇ ਵਾਸਤੇ ਲੈ ਕੇ ਆਈਏ। ਅੱਜ ਜੋ ਇਨਫੋਰਮੇਸ਼ਨ ਤੁਹਾਨੂੰ ਦੇਣੀ ਹੈ ਉਹ ਇਨਫੋਰਮੇਸ਼ਨ ਹੈ ਸਟੱਡੀ ਵੀਜ਼ੇ ਨੂੰ ਲੈ ਕੇ। ਅੱਜ ਦੀ ਡੇਟ ਦੇ ਵਿੱਚ ਨੰਬਰ ਆਫ ਕੰਸਲਟੈਂਟਸ ਕਰਕੇ ਨੰਬਰ ਆਫ ਓਪੀਨੀਅਨਸ ਬਣੇ ਹੋਏ ਹੈ ਔਰ ਇਸ ਕਰਕੇ ਸਟੂਡੈਂਟ ਵੀ ਕਨਫਿਊਜ਼ ਹੈ ਕਿ ਕਿੱਥੇ ਜਾਈਏ, ਕੀ ਕਰੀਏ। ਜੋ ਇਨਫੋਰਮੇਸ਼ਨ ਸਟੂਡੈਂਟ ਨੂੰ ਚਾਹੀਦੀ ਹੈ ਉਹ ਡੋਰ ਟੂ ਡੋਰ ਫਿਰ ਕੇ ਲੈਣ ਦੀ ਕੋਸ਼ਿਸ਼ ਕਰਦਾ ਹੈ। ਅੱਜ ਉਹਦਾ ਸੋਲਿਊਸ਼ਨ ਅਸੀਂ ਲੈ ਕੇ ਆਏ ਹਾਂ ਰੀਸੈਂਟ ਟਾਈਮ ਦੇ ਉੱਪਰ, ਔਰ ਇਹ ਇਕੱਲਾ ਇੱਕ ਸੋਲਿਊਸ਼ਨ ਨਹੀਂ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਅਲੱਗ-ਅਲੱਗ ਵੀਜ਼ਾਜ਼, ਅਲੱਗ-ਅਲੱਗ ਕੰਟਰੀਜ਼ ਔਰ ਅਲੱਗ-ਅਲੱਗ ਮੁੱਦਿਆਂ ਦੇ ਉੱਪਰ ਅਸੀਂ ਡਿਸਕਸ਼ਨ ਕਰਦੇ ਰਹਾਂਗੇ। ਅੱਜ ਜਿਸ ਪਰਸਨੈਲਿਟੀ ਨੂੰ ਤੁਹਾਡੇ ਰੂਬਰੂ ਕਰਾਂਗੇ ਉਹਨਾਂ ਤੋਂ ਜਾਣਦੇ ਹੋ ਔਰ ਮਿਲ ਵੀ ਚੁੱਕੇ ਹੋਵੋਗੇ। ਪਹਿਲਾਂ ਸਾਡੇ ਚੈਨਲ ਦੇ ਮਾਧਿਅਮ ਦੇ ਨਾਲ ਵੀ ਤੁਸੀਂ ਮਿਲ ਚੁੱਕੇ ਹੋ। ਅੱਜ ਸਟੱਡੀ ਵੀਜ਼ੇ ਨੂੰ ਲੈ ਕੇ ਆਪਾਂ ਗੱਲ ਕਰਾਂਗੇ ਇਮਤਿਆਜ਼ ਅਲੀ, ਜੋ ਮੈਨੇਜਿੰਗ ਡਾਇਰੈਕਟਰ ਹੈ ABC ਐਜੂਕੇਸ਼ਨ ਦੇ। ਇੱਥੇ ਮਲੇਰਕੋਟਲੇ ਦੇ ਵਿੱਚ ਵੀ ਕੰਮ ਹੈਗਾ ਇਹਨਾਂ ਦਾ, ਔਰ ਇਸ ਤੋਂ ਇਲਾਵਾ ਸੰਗਰੂਰ ਦੇ ਵਿੱਚ, ਧੂਰੀ ਦੇ ਵਿੱਚ, ਲੁਧਿਆਣਾ, ਖੰਨਾ, ਅਲੱਗ-ਅਲੱਗ ਏਰੀਆਜ਼ ਦੇ ਵਿੱਚ ਇਹਨਾਂ ਦੀਆਂ ਬ੍ਰਾਂਚਿਸ ਹੈ। ਮੈਂ ਉਮੀਦ ਕਰਦਾ ਕਿ ਇਹਨਾਂ ਦੁਆਰਾ ਦਿੱਤੀ ਗਈ ਜੋ ਇਨਫੋਰਮੇਸ਼ਨ ਹੈ ਉਹ ਬੜੀ ਮੁਫੀਦ, ਬੜੀ ਲਾਭਦਾਇਕ ਹੋਊਗੀ ਤੁਹਾਡੇ ਲਈ। ਔਰ ਉਹ ਕੁਐਸਚਨਸ ਜੋ ਤੁਹਾਡੇ ਦਿਮਾਗ ਦੇ ਵਿੱਚ ਚੱਲ ਰਹੇ ਨੇ, ਮੈਨੂੰ ਉਮੀਦ ਹੈ ਉਹਨਾਂ ਸਾਰਿਆਂ ਦਾ ਜਵਾਬ ਇਹ ਇੰਟਰਵਿਊ ਦੇ ਐਂਡ ਤੱਕ ਤੁਹਾਨੂੰ ਮਿਲ ਜੂਗਾ। ਸੋ ਕੀਪ ਵਾਚਿੰਗ। ਆਓ ਮਿਲਵਾਉਣੇ ਤੁਹਾਨੂੰ ਇਮਤਿਆਜ਼ ਅਲੀ ਜੀ ਦੇ ਨਾਲ। ਵੈਲਕਮ ਸਰ ਤੁਹਾਡਾ ਸਾਡੇ ਚੈਨਲ ਰੀਸੈਂਟ ਟਾਈਮ ਦੇ ਵਿੱਚ। ਥੈਂਕ ਯੂ ਸਰ। ਜਦੋਂ ਬੱਚੇ ਨੇ ਜਾਣਾ ਹੁੰਦਾ ਹੈ ਵੀਜ਼ੇ ਦੇ ਕੰਸਰਨ ਦੇ ਵਿੱਚ, ਸਟੱਡੀ ਵਾਸਤੇ ਬੱਚੇ ਨੇ ਜਾਣਾ ਹੁੰਦਾ ਹੈ, +2 ਕੰਪਲੀਟ ਹੁੰਦੀ ਹੈ, ਆਇਲਟਸ ਵਾਸਤੇ ਜਾਂਦਾ ਹੈ, ਔਰ ਕੁਝ ਬੱਚੇ ਗੂਗਲ ਤੋਂ ਸਰਚ ਕਰਦੇ ਨੇ, ਕੁਝ ਕੰਸਲਟੈਂਟਸ ਦੇ ਵਿੱਚ ਚੱਕਰ ਲਾਉਂਦੇ ਆ, ਔਰ ਉਹਨਾਂ ਨੂੰ ਇਨਫੋਰਮੇਸ਼ਨ ਦੀ, ਬੈਸਟ ਇਨਫੋਰਮੇਸ਼ਨ ਦੀ ਜ਼ਰੂਰਤ ਹੁੰਦੀ ਹੈ। ਔਰ ਉਸ ਕੰਡੀਸ਼ਨ ਦੇ ਵਿੱਚ ਕੀ ਲੱਗਦਾ ਹੈ ਕਿ ਫਸਟ ਸਟੈਪ ਬੱਚੇ ਨੂੰ ਕੀ ਲੈਣਾ ਚਾਹੀਦਾ? ਓਕੇ, ਸੋ ਇਸ ਦੇ ਵਿੱਚ ਇਹ ਹੈ ਵੀ ਜਿਹੜੇ ਵੀ ਬੱਚੇ ਨੇ ਬਾਹਰ ਜਾਣਾ ਹੈ ਤਾਂ ਉਹਦੇ ਵਿੱਚ ਕਈ ਚੀਜ਼ਾਂ ਨੇ ਜਿੱਥੋਂ ਉਹਨੂੰ ਆਪਣਾ ਸੋਰਸ ਆਫ ਇਨਫੋਰਮੇਸ਼ਨ ਬਣਾਉਣਾ ਚਾਹੀਦਾ ਹੈ। ਗੂਗਲ ਕਰਦੇ ਨੇ, ਉਹ ਵੀ ਸਹੀ ਕਰਦੇ ਨੇ, ਕੰਸਲਟੈਂਟਸ ਨੂੰ ਵਿਜ਼ਿਟ ਕਰਦੇ ਨੇ, ਉਹ ਵੀ ਸਹੀ ਕਰਦੇ ਨੇ, ਆਪਣੇ ਜਿਹੜੇ ਉਹਨਾਂ ਦੇ ਆਲਰੇਡੀ ਫਰੈਂਡਸ ਜਾ ਚੁੱਕੇ ਉਹਨਾਂ ਨਾਲ ਵੀ ਗੱਲ ਕਰ ਸਕਦੇ ਨੇ। ਮੇਰਾ ਕਹਿਣ ਦਾ ਪਰਪਸ ਸਿਰਫ ਇੰਨਾ ਕੀ ਹੈ ਵੀ ਉਹ ਜਿੰਨਾ ਜ਼ਿਆਦਾ ਸਰਚ ਕਰਨਗੇ, ਜਿੰਨੀ ਜ਼ਿਆਦਾ ਰਿਸਰਚ ਹੋਊਗੀ, ਉਨਾ ਜ਼ਿਆਦਾ ਉਹ ਬਿਹਤਰ ਡਿਸੀਜਨ ਲੈ ਲੈਣਗੇ। ਜੇ ਹੁਣ ਗੱਲ ਉਹਨਾਂ ਦੇ ਕੋਰਸ ਦੀ ਆਉਂਦੀ ਹੈ, ਕਾਲਜ ਦੀ ਆਉਂਦੀ ਹੈ, ਜਾਂ ਕਿਹੜੀ ਕੰਟਰੀ ਸਿਲੈਕਟ ਕਰਨੀ ਹੈ, ਤਾਂ ਉਹ ਜਿਹੜੀਆਂ ਚੀਜ਼ਾਂ ਨੇ ਉਹ 2-3 ਬੇਸਿਸ ਨੇ ਜਿਨ੍ਹਾਂ ਦੇ ਬੇਸ 'ਤੇ ਉਹਨੂੰ ਸਿਲੈਕਟ ਕਰਨਾ ਚਾਹੀਦਾ ਹੈ। ਇੱਕ ਤਾਂ ਜੇ ਉਹ ਕਿਸੇ ਆਪਣੇ ਦੋਸਤ ਨੂੰ ਮਿਲ ਰਿਹਾ, ਉਹਦਾ ਦੋਸਤ ਕਿਤੇ ਇਹੋ ਜਿਹੀ ਕੰਟਰੀ 'ਚ ਹੈ ਜਿੱਥੇ ਉਹ ਅਫੋਰਡ ਨਹੀਂ ਕਰ ਸਕਦਾ, ਤਾਂ ਵੀ ਉਹ ਕੋਈ ਸੈਂਸ ਨਹੀਂ ਬਣਦੀ ਹੈਗੀ ਵੀ ਆਪਾਂ ਉਹ ਚੀਜ਼ ਨੂੰ ਚੱਲ ਪਈਏ। ਦੂਸਰਾ, ਕਈ ਵਾਰ ਕੀ ਹੁੰਦਾ ਹੈ ਵੀ ਕਿਸੇ ਦਾ ਦੋਸਤ ਹੈ, ਉਹ ਮਤਲਬ 30% 40% ਉਸ ਚੀਜ਼ ਨੂੰ ਸਮਝ ਸਕਦਾ ਹੈ, ਉਹ ਉਹਦੀ ਵੀ ਸਲਾਹ ਮੰਨ ਲਵੇ ਤਾਂ ਵੀ ਪ੍ਰੋਬਲਮ ਆ ਜਾਂਦੀ ਹੈ, ਕਿਉਂਕਿ ਜਿਹੜੇ ਬੱਚੇ ਨੂੰ ਅੰਡਰਸਟੈਂਡਿੰਗ ਨਹੀਂ ਹੈ ਕਿਸੇ ਚੀਜ਼ ਦੀ, ਉਹ ਵੀ ਨਹੀਂ ਹੈ। ਫਿਰ ਕਈ ਵਾਰ ਪਰਸੈਂਟੇਜ ਵਾਈਜ਼ ਹੁੰਦਾ, ਕੁਛ ਸਟੂਡੈਂਟ ਬਹੁਤ ਜ਼ਿਆਦਾ ਵਧੀਆ ਹੁੰਦੇ ਨੇ, ਨਾ ਤਾਂ ਅਸੀਂ ਉਹਨਾਂ ਨੂੰ ਫੋਲੋ ਕਰ ਸਕਦੇ ਹਾਂ, ਜਾਂ ਜੋ ਬਹੁਤ ਮਾੜੇ ਹੁੰਦੇ ਨੇ ਨਾ ਅਸੀਂ ਉਹਨਾਂ ਨੂੰ ਫੋਲੋ ਕਰ। ਸੋ ਡਿਸੀਜਨ ਜਿਹੜਾ ਹੈਗਾ ਫਾਈਨੈਂਸ਼ੀਅਲੀ, ਅਕੈਡਮਿਕਲੀ, ਤੁਸੀਂ ਕਿੰਨੇ ਗਏ, ਤੁਹਾਡੇ ਲੌਂਗ ਟਰਮ ਗੋਲਸ ਕੀ ਨੇ, ਇਹ 3 ਚੀਜ਼ਾਂ ਨੂੰ ਬੇਸ ਬਣਾ ਕੇ ਸਾਨੂੰ ਚੂਜ਼ ਕਰਨਾ ਚਾਹੀਦਾ ਹੈ।
ਫਿਰ ਜਿਹੜੇ ਕੋਰਸ ਦੀ ਗੱਲ ਆ ਜਾਂਦੀ ਹੈ, ਕੰਟਰੀ ਡਿਸਾਈਡ ਹੋਗੀ, ਕਾਲਜ ਤੁਸੀਂ ਦੇਖ ਲੈਂਦੇ ਹੋ, ਕੋਰਸ ਕਾਲਜ ਔਰ ਕੋਰਸ ਦੇ ਵਿੱਚ ਸਾਡੀ ਪਿਛਲੀ ਪ੍ਰੀਵੀਅਸ ਐਜੂਕੇਸ਼ਨ 100% ਰੋਲ ਪਲੇ ਕਰਦੀ ਹੈ। ਜਦੋਂ ਅਸੀਂ ਉਹਦੇ ਬੇਸ 'ਤੇ ਕੁਝ ਅੱਗੇ ਕਰਨਾ ਚਾਹੁੰਦੇ ਹਾਂ ਤਾਂ ਉਹ ਸਾਨੂੰ ਇੱਕ ਸਹੀ ਲਾਈਨ ਦੇ ਉੱਪਰ ਲੈ ਜਾ ਕੇ ਅੱਗੇ ਸਹੀ ਦਿਸ਼ਾ ਛੱਡਦੀ ਹੈ। ਸੋ ਇਸ ਕਰਕੇ ਜਿਹੜੇ ਵੀ ਬੱਚੇ ਕੋਰਸ ਚੂਜ਼ ਕਰਨਾ ਚਾਹੁੰਦੇ ਨੇ, ਪਲੀਜ਼ ਉਹ ਆਪਣੀ ਜਿਹੜੀ ਪ੍ਰੀਵੀਅਸ ਐਜੂਕੇਸ਼ਨ ਹੈ ਉਹਨੂੰ ਬੇਸ ਬਣਾਉਂਦੇ ਹੋਏ ਹੀ ਅੱਗੇ ਚੱਲਣ। ਸਿਰਫ ਇਹ ਨਾ ਸੋਚਣ ਵੀ ਮੈਂ ਬਾਹਰ ਜਾਣਾ ਹੈ ਜਾਂ ਮੈਨੂੰ ਬਾਹਰ ਭੇਜ ਦਿਓ, ਕਿਉਂਕਿ ਬਹੁਤੀ ਜਗ੍ਹਾ 'ਤੇ ਪ੍ਰੋਬਲਮ ਜਾਂ ਬੱਚੇ ਫਸਦੇ ਉੱਥੇ ਹੀ ਨੇ ਜਿੱਥੇ ਉਹਨਾਂ ਦਾ ਸੁਪਨਾ ਬਾਹਰ ਜਾਣਾ ਹੈ, ਨਾ ਕਿ ਬਾਹਰ ਜਾ ਕੇ ਪੜ੍ਹਨਾ ਕੀ ਹੈ ਜਾਂ ਕਿਸ ਤਰ੍ਹਾਂ ਦਾ ਪੜ੍ਹਨਾ ਹੈ। ਕਿਉਂਕਿ ਕੋਰਸਿਸ 'ਚ ਵੀ ਦਿੱਕਤ ਉਸੇ ਵਕਤ ਆਊਗੀ ਜਦੋਂ ਤੁਸੀਂ ਅਣਜਾਣ ਸਬਜੈਕਟਾਂ ਦੇ ਵਿੱਚ ਫਸ ਜਾਓਗੇ। ਮੇ ਬੀ ਕੰਸਲਟੈਂਟ, ਮੇ ਬੀ ਬਾਈ ਲੱਕ ਤੁਸੀਂ ਸਹੀ ਤਰੀਕੇ ਦੇ ਵਿੱਚ ਉੱਥੇ ਪਹੁੰਚ ਵੀ ਗਏ, ਬਟ ਜਿਹੜੇ ਸਬਜੈਕਟ ਤੁਸੀਂ ਉੱਥੇ ਪੜ੍ਹਨਾ ਸ਼ੁਰੂ ਕਰੋਗੇ, ਜਦੋਂ ਤੁਹਾਨੂੰ ਉਹਨਾਂ ਦੀ ਨੌਲੇਜ ਨਹੀਂ ਹੋਣੀ, ਫਿਰ ਜਿਹੜਾ ਸੁਪਨਾ ਤੁਸੀਂ ਲੈ ਕੇ ਜਾਂਦੇ ਹੋ ਵੀ 4 ਘੰਟੇ ਕੰਮ ਕਰੂੰ, 6 ਘੰਟੇ ਕੰਮ ਕਰੂੰ, ਇੰਨੇ ਕੁ ਪੈਸੇ ਮੈਂ ਫੀਸ ਐਂ ਕੱਢ ਲੂੰ, ਉਹ ਸਾਰੇ ਉੱਥੇ ਦੇ ਉੱਥੇ ਖਤਮ ਹੋ ਜਾਂਦੇ ਨੇ। ਸੋ ਇਸ ਕਰਕੇ ਇਹ ਪਹਿਲਾਂ ਤੋਂ ਹੀ ਆਪਣੀ ਸਾਰੀ ਕੈਲਕੂਲੇਸ਼ਨ ਬਣਾਓ। ਉਸ ਕੈਲਕੂਲੇਸ਼ਨ ਵਾਸਤੇ 10 ਬੰਦਿਆਂ ਨੂੰ ਵੀ ਮਿਲਣਾ ਪੈਂਦਾ। ਤੁਸੀਂ ਪਹਿਲਾਂ ਥੋੜ੍ਹੀ ਜਿਹੀ ਐਫਰਟ ਵਧਾ ਲਓ, 10 ਬੰਦਿਆਂ ਨੂੰ ਮਿਲੋ, 10 ਬੰਦਿਆਂ ਦੇ ਵਿੱਚੋਂ ਜਿੱਥੇ ਜਾ ਕੇ ਤੁਹਾਡਾ ਸੈਟਿਸਫੈਕਸ਼ਨ ਬਣਦੀ ਹੈ ਵੀ ਸਾਨੂੰ ਸਹੀ ਗਾਈਡੈਂਸ ਮਿਲ ਰਹੀ ਹੈ, ਸਹੀ ਤਰੀਕੇ 'ਚ ਦੱਸਿਆ ਜਾ ਰਿਹਾ ਹੈ। ਕਿਉਂਕਿ ਸੁਪਨੇ ਦਿਖਾਉਣਾ ਅਤੇ ਗਾਈਡ ਹੋਣਾ, ਇਹਨਾਂ ਦੋਨਾਂ 'ਚ ਡਿਫਰੈਂਸ ਹੁੰਦਾ ਹੈ। ਕੁਝ ਹੁੰਦੇ ਨੇ ਜਿਹੜੇ ਤੁਹਾਨੂੰ ਸੁਪਨੇ ਦਿਖਾਉਂਦੇ ਨੇ, ਜਿਹੜੇ ਉਹ ਤੁਹਾਨੂੰ ਸੁਪਨੇ ਵੇਚ ਦਿੰਦੇ ਨੇ, ਤਾਂ ਉੱਥੇ ਥੋੜ੍ਹੀ ਜਿਹੀ ਪ੍ਰੋਬਲਮ ਹੋ ਜਾਂਦੀ ਹੈ। ਧੋਖਾ ਵੀ ਉੱਥੇ ਹੀ ਜ਼ਿਆਦਾ ਹੁੰਦਾ, ਕਿਉਂਕਿ ਨੋਰਮਲੀ ਜਿੱਥੇ ਬੰਦੇ ਨੇ ਜੈਨੂਅਨਲੀ ਕੰਮ ਕਰਨਾ ਤਾਂ ਉਹ ਜੈਨੂਅਨ ਐਡਵਾਈਸ ਦਿੰਦੇ ਨੇ। ਜੈਨੂਅਨ ਐਡਵਾਈਸ ਦੇ ਵਿੱਚ ਕੀ ਹੈ ਵੀ ਤੁਹਾਨੂੰ ਬੈਸਟ ਦੇਤਾ। ਕਿਉਂਕਿ ਦੇਖੋ, ਬੀਇੰਗ ਕੰਸਲਟੈਂਟ 20 ਸਾਲ ਹੋ ਗਏ, 20 ਸਾਲ ਦੇ ਵਿੱਚ ਜੇ ਮੈਂ ਕਿਸੇ ਨੂੰ ਜੈਨੂਅਨਲੀ ਗਾਈਡ ਕਰ ਦੂੰਗਾ ਤਾਂ ਉਹਦੇ ਨਾਲ ਚਾਹੇ ਬੱਚੇ ਨੂੰ ਜਿਹੜੀ ਵੀ ਉਹਦੇ ਵਿੱਚ ਲਾਈਫ ਦੇ ਵਿੱਚ ਅਚੀਵਮੈਂਟ ਹੋਣੀ ਹੈ ਤਾਂ ਉਹ ਸਾਨੂੰ ਕ੍ਰੈਡਿਟ ਉਸ ਦਾ ਕਿਤੇ ਮਿਲਦਾ ਨਹੀਂ ਮਿਲਦਾ, ਬਟ ਇਹ ਹੈ ਵੀ ਸਾਨੂੰ ਬੱਚਾ ਉਸ ਤਰ੍ਹਾਂ ਯਾਦ ਰੱਖਦਾ ਹੈ ਵੀ ਲਾਈਫ ਦੇ ਵਿੱਚ ਹੈ। ਕਿਉਂਕਿ ਅਦਰਵਾਈਜ਼ ਜਿੱਥੇ ਕੰਸਲਟੈਂਟ ਖਰਾਬ ਹੈ ਜਾਂ ਕਿਤੇ ਡਿਸੀਜਨ ਕਿਸੇ ਦੋਸਤ ਦੀ ਵਜ੍ਹਾ ਕਰਕੇ ਖਰਾਬ ਲੈਤਾ ਗਿਆ ਤਾਂ ਜਸਟ ਇੱਕ ਬਲੇਮ ਗੇਮ ਰਹਿ ਜਾਂਦੀ ਹੈ, ਹੋਰ ਕੁਝ ਨਹੀਂ ਰਹਿ ਜਾਂਦਾ। ਜੀ, ਬਹੁਤ ਬਿਹਤਰੀਨ ਆਨਸਰ ਹੈ ਜੀ। ਔਰ ਇੱਕ ਤੁਸੀਂ ਗੱਲ ਦੱਸੋ ਸਰ, ਕਰੋਨਾ ਹੁਣੀ ਓਵਰ ਹੋਇਆ, ਕਰੋਨਾ ਤੋਂ ਬਾਅਦ ਪਹਿਲਾਂ ਤਾਂ ਕਾਫੀ ਹਾਰਡਲਸ ਆਈਆਂ ਕਿਉਂਕਿ ਆਨਲਾਈਨ ਕਲਾਸਿਸ ਵਗੈਰਾ ਜੋ ਪਤਾ ਲੱਗੇ ਸਾਨੂੰ ਕਿ ਆਨਲਾਈਨ ਚੱਲਦੀਆਂ ਸੀਗੀਆਂ। ਅੱਜ ਦੀ ਡੇਟ ਦੇ ਵਿੱਚ ਕੀ ਸਿਨੈਰੀਓ ਹੈ ਕਿ ਇਹ ਸਾਰਾ ਕੁਝ ਓਵਰ ਹੈ, ਕਲਾਸਿਸ ਵਗੈਰਾ ਔਰ ਫਲਾਈਟਸ ਵਗੈਰਾ ਓਕੇ ਜੀ? ਦੇਖੋ, ਅਲੱਗ-ਅਲੱਗ ਕੰਟਰੀਜ਼ ਦਾ ਅਲੱਗ-ਅਲੱਗ ਸਿਸਟਮ ਖੁੱਲ੍ਹ ਰਿਹਾ ਹੈ। ਸੋ ਕੈਨੇਡਾ ਨੇ ਓਪਨ ਕਰਤੀਆਂ ਨੇ ਫਲਾਈਟਸ, ਉਹਨਾਂ ਦੇ ਕਾਲਜਿਸ ਖੁੱਲ੍ਹ ਰਹੇ ਨੇ। ਉਹ ਅਲਟੀਮੇਟਲੀ ਥੋੜ੍ਹੇ ਦਿਨਾਂ ਤੱਕ ਇਹ ਕੰਪਲਸਰੀ ਹੋ ਜਾਣਗੀਆਂ ਕਲਾਸਿਸ ਫਿਜ਼ੀਕਲ ਲੱਗਣੀਆਂ। ਆਨਲਾਈਨ ਵਾਲਾ ਸਿਸਟਮ ਆਲਮੋਸਟ ਇਹ ਖਤਮ ਹੋ ਜਾਣਾ ਜਿਵੇਂ ਜਿਵੇਂ ਇਹ ਬਿਮਾਰੀ ਡਿਸਅਪੀਅਰ ਹੋਣੀ ਹੈ, ਰਾਈਟ। ਸੋ ਇਸ ਕਰਕੇ ਇਸ ਚੀਜ਼ ਨੂੰ ਦੇਖਦੇ ਹੋਏ ਆਸਟ੍ਰੇਲੀਆ ਨੂੰ ਅਗਰ ਮੈਂ ਕੰਸੀਡਰ ਕਰਦਾ, ਆਸਟ੍ਰੇਲੀਆ ਦੇ ਕੁਝ ਐਲਾਨ ਹੋਏ ਨੇ ਜਿਹੜੇ ਕਮਿੰਗ ਮੰਥਸ ਦੇ ਵਿੱਚ ਆਪਾਂ ਨੂੰ ਹੋ ਸਕਦਾ ਓਪਨ ਕਰ ਦੇਣਗੇ। ਟਰੈਵਲਿੰਗ ਬੈਨ ਸੀ ਉਹ ਹੌਲੀ ਹੌਲੀ ਖੁੱਲ੍ਹ ਜਾਣੀ ਹੈ। ਸੋ ਇਸ ਕਰਕੇ ਕੰਟਰੀਆਂ ਸਲੋਲੀ ਇਹ ਪ੍ਰੋਗਰੈਸ ਜਿਹੜੀਆਂ ਕਰ ਰਹੀਆਂ ਨੇ ਪੁਰਾਣੇ ਸਿਸਟਮ ਨੂੰ 'ਤੇ ਹੀ ਪਹੁੰਚ ਰਹੀਆਂ ਨੇ। ਸੋ ਇਸ ਕਰਕੇ ਜਿਹੜੇ ਵੀ ਬੱਚੇ ਪਲਾਨ ਕਰ ਰਹੇ ਨੇ, ਜੇ ਤੁਸੀਂ ਯਾਦ ਕਰੋ ਵੀ ਅੱਜ ਤੋਂ ਤੁਸੀਂ 2 ਸਾਲ ਪਹਿਲਾਂ ਇੰਟਰਵਿਊ ਕੀਤਾ ਸੀ, ਮੈਂ ਉਸ ਵਕਤ ਵੀ ਤੁਹਾਨੂੰ ਕਿਹਾ ਤਾ ਵੀ ਜਿਹੜੇ ਬੱਚੇ ਆਨਲਾਈਨ ਪੜ੍ਹਨਾ ਚਾਹੁੰਦੇ ਨੇ ਪੜ੍ਹ ਲੈਣ, ਕਿਉਂਕਿ ਐਟਲੀਸਟ ਕਰੋਨਾ ਦੇ ਵਿੱਚ ਉਹ ਟਾਈਮ ਨੂੰ ਯੂਟੀਲਾਈਜ਼ ਕਰ ਸਕਦੇ ਨੇ। ਸੋ ਉਹਨਾਂ ਦੇ ਵਿੱਚ ਜਿੰਨੇ ਵੀ ਬੱਚੇ ਅਸੀਂ ਉਰੇ ਪੜ੍ਹਾਏ ਜਾਂ ਕੀਤੇ, ਉਹ ਆਲਮੋਸਟ ਅੱਜ ਉਹ ਆਪਣੀਆਂ ਡਿਗਰੀਆਂ ਕੰਪਲੀਟ ਕਰਨ ਦੇ ਕਗਾਰ 'ਤੇ ਪਹੁੰਚ ਗਏ। ਕੁਝ ਬੱਚੇ ਇਸ ਚੀਜ਼ ਤੋਂ ਬਚਦੇ ਹੀ ਰਹੇ। ਸੋ ਇਸ ਕਰਕੇ ਜੋ ਹਾਲਾਤ ਨੇ ਉਹਦੇ ਅਕੋਰਡਿੰਗਲੀ ਸਿਸਟਮ ਖੁੱਲ੍ਹ ਰਹੇ ਨੇ। ਸੋ ਜਿੱਥੇ ਜਿਹੜੀ ਕੰਟਰੀ ਤੁਹਾਡੀ ਡਿਜ਼ਾਇਰਡ ਹੈ ਸਟੂਡੈਂਟ ਵੀਜ਼ੇ ਲਈ, ਉਹਦੇ ਬਾਰੇ ਇਨਫੋਰਮੇਸ਼ਨ ਪੂਰੀ ਲਓ। ਜੇ ਯੂਕੇ ਹੈ ਤਾਂ ਯੂਕੇ ਆਲਮੋਸਟ 90% ਖੁੱਲ੍ਹਾ ਹੀ ਰਿਹਾ, ਕਦੇ ਇਹਨੇ ਜ਼ਿਆਦਾ ਉਸ ਤਰ੍ਹਾਂ ਨਹੀਂ ਕੀਤਾ ਸ਼ਟਡਾਊਨ। ਆਸਟ੍ਰੇਲੀਆ ਖੁੱਲ੍ਹ ਰਿਹਾ ਹੈ, ਨਿਊਜ਼ੀਲੈਂਡ ਮੇ ਬੀ ਲੇਟਰ ਖੁੱਲ੍ਹੂਗਾ। ਸੋ ਕੈਨੇਡਾ ਆਲਮੋਸਟ ਡਨ ਹੈ, ਖੁੱਲ੍ਹ ਚੁੱਕਿਆ। ਸੋ ਇਸ ਕਰਕੇ ਪਹਿਲਾਂ ਆਪਣੀ ਕੰਟਰੀ, ਉਹਦੇ ਰੂਲਸ ਸਾਰਾ ਕੁਝ ਪਤਾ ਕਰ ਲਓ, ਤਾਂ ਕਿ ਇਹ ਨਾ ਹੋਵੇ ਵੀ ਤੁਸੀਂ ਡਿਸੀਜਨ ਲੈ ਲਓ ਬਾਅਦ ਦੇ ਵਿੱਚ ਪਤਾ ਲੱਗੇ ਵੀ ਮੈਂ ਤਾਂ ਜਾ ਨਹੀਂ ਸਕਦਾ, ਮੈਨੂੰ ਟਰੈਵਲਿੰਗ ਬੈਨ ਹੈ। ਕਿਉਂਕਿ ਇਹ ਜਿਹੜੀ ਡਿਟੇਲ ਹੈ ਇਹ ਤੁਹਾਨੂੰ ਪਹਿਲੇ ਫਸਟ ਹੈਂਡ ਪਤਾ ਹੋਣੀ ਚਾਹੀਦੀ ਹੈ, ਤਾਂ ਕਿ ਜਿਹੜਾ ਡਿਸੀਜਨ ਲੈ ਲਿਆ ਜਾਂ ਤੁਸੀਂ ਇਨਵੈਸਟਮੈਂਟ ਕਰ ਲਈ ਜਾਂ ਕਿਸੇ ਦਾ ਵੀਜ਼ਾ ਕਰ ਲਿਆ, ਕਿਉਂਕਿ ਇਹ ਕਰੀਅਰ ਦਾ ਸਵਾਲ ਹੈ, ਇਹ ਲੌਂਗ ਟਰਮ ਇੰਪੈਕਟ ਕਰਦੀ ਹੈ ਚੀਜ਼। ਜੀ ਸਰ, ਹੁਣ ਮੈਂ ਇੱਕ ਜੋ ਮੇਰੇ ਦਿਮਾਗ ਦੇ ਵਿੱਚ ਕੁਐਸਚਨ ਹੈ, ਸ਼ਾਇਦ ਉਹ ਬੜਾ ਕੁਐਸਚਨ ਹੈ, ਉਹ ਇਹ ਹੈ ਸਰ, ਕੋਈ ਤਾਂ ਸਟੂਡੈਂਟ ਹੈ ਜਿਹਨੇ ਮੈਡੀਕਲ ਦੀ ਪੜ੍ਹਾਈ ਕੀਤੀ ਹੈ, ਕੋਈ ਕਾਮਰਸ ਦੀ ਪੜ੍ਹਾਈ ਕੀਤੀ ਹੈ, ਕਿਸੇ ਬੱਚੇ ਨੇ ਹਿਊਮੈਨਿਟੀਜ਼ ਜਾਂ ਆਰਟਸ ਦੀ ਪੜ੍ਹਾਈ ਕੀਤੀ ਹੈ। ਹਰੇਕ ਦੇ ਵਾਸਤੇ ਕੋਰਸਿਸ ਅਲੱਗ-ਅਲੱਗ ਹੈ। ਔਰ ਇਹਦੇ ਵਿੱਚ ਤੁਸੀਂ ਕੀ ਸੁਜੈਸਟ ਕਰੋਗੇ? 3 ਸਟਰੀਮਸ ਮੈਂ ਨਾਮ ਲੱਤਾ, ਤਿੰਨੇ ਸਟਰੀਮਸ ਦੇ ਜਿਹੜੇ ਬੱਚੇ ਆ ਉਹਨਾਂ ਵਾਸਤੇ ਤੁਹਾਡਾ ਸੁਜੈਸ਼ਨ ਕੀ ਰਹੂਗਾ ਕਿ ਆਪਣੇ ਕੋਰਸ ਦੀ ਜਿਹੜੀ ਉਹਨਾਂ ਨੇ ਆਪਟ ਕਰਨਾ ਉੱਤੇ ਉਹ ਕਿਵੇਂ ਕਰਨ? ਔਰ ਤੁਸੀਂ ਜਾਂ ਮੈਂ ਗੱਲ ਕਰਨਾ ਜਿਹੜੇ ਐਕਸਪਰਟ ਕੰਸਲਟੈਂਟਸ ਆ ਉਹ ਕਿਵੇਂ ਹੈਲਪ ਕਰ ਸਕਦੇ ਬੱਚੇ ਦੀ?
ਦੇਖੋ ਇਹਦੇ ਵਿੱਚ ਜਿਹੜੀ ਸਟਰੀਮ ਹੈ ਉਹਦੇ ਵਿੱਚ ਕੋਰਸਿਸ ਆਲਮੋਸਟ ਫਿਕਸ ਹੁੰਦੇ ਨੇ। ਸਪੋਜ਼ ਆਪਾਂ ਅਲੱਗ-ਅਲੱਗ ਸਾਰਿਆਂ ਦੀ ਗੱਲ ਕਰਦੇ ਹਾਂ, ਜਿਵੇਂ ਮੈਡੀਕਲ ਦਾ ਕੋਰਸ ਹੈ ਜੀ, ਮੈਡੀਕਲ ਦੇ ਵਿੱਚ ਏਡ ਮੈਡੀਕਲ ਪ੍ਰੋਫੈਸ਼ਨ ਦਾ ਕੋਰਸ ਹੁੰਦਾ ਹੈ, ਮੈਡੀਕਲ ਅਸਿਸਟੈਂਸ ਦਾ ਕੋਰਸ ਹੁੰਦਾ ਹੈ, ਫਸਟ ਏਡ ਦਾ ਕੋਰਸ ਹੁੰਦਾ ਹੈ, अर्ਲੀ ਚਾਈਲਡਹੁੱਡ ਐਜੂਕੇਸ਼ਨ ਹੁੰਦਾ ਹੈ। ਸੋ ਇਹ 4-5 ਕੋਰਸਿਸ ਨੇ ਜਿਹੜੇ ਆਲਮੋਸਟ ਮੈਡੀਕਲ ਸਟਰੀਮ ਵਾਲਿਆਂ ਵਾਸਤੇ ਅਸੀਂ ਰਿਕਮੈਂਡ ਕਰਦੇ ਹਾਂ ਤਾਂ ਕਿ ਮੈਡੀਕਲ ਫੀਲਡ ਨਾਲ ਜੁੜੇ ਹੁੰਦੇ ਨੇ। ਫਿਰ ਸਾਡੇ ਕੋਲੇ ਨਾਨ ਮੈਡੀਕਲ ਆ ਗਏ। ਨਾਨ ਮੈਡੀਕਲ ਦੇ ਵਿੱਚ ਅਸੀਂ ਕੰਪਿਊਟਰ ਲਾਈਨ ਦੇ ਵਿੱਚ ਨੈਟਵਰਕਿੰਗ ਹੈ, ਪ੍ਰੋਗਰਾਮਿੰਗ ਹੈ, ਇਹਨਾਂ ਦੇ ਹੋ ਗਿਆ। ਫਿਰ ਜੇ ਉਹ ਨਾਨ ਮੈਡੀਕਲ ਦੇ ਵਿੱਚ ਟੈਕਨੀਕਲੀ ਸਾਊਂਡ ਨੇ, ਕੋਈ ਅਸਿਸਟੈਂਟ ਟੈਕਨੀਸ਼ੀਅਨ ਜਾਣਾ ਚਾਹੁੰਦਾ, ਕਿਸੇ ਕੈਮੀਕਲ ਦੇ ਵਿੱਚ ਜਾਣਾ ਚਾਹੁੰਦਾ, ਤਾਂ ਮਤਲਬ ਅਲਟੀਮੇਟਲੀ ਫੀਲਡ ਉਹਦੇ ਨਾਲ ਜੁੜੀ ਰਹੂਗੀ। ਕਾਮਰਸ ਵਾਲੇ ਬੱਚਿਆਂ ਵਾਸਤੇ ਜਿਵੇਂ ਅਸੀਂ ਦੇਖਦੇ ਹਾਂ ਤਾਂ ਉਹਦੇ ਵਿੱਚ ਉਸੇ ਤਰ੍ਹਾਂ ਹੀ ਹੈ, ਬਿਜ਼ਨਸ ਮੈਨੇਜਮੈਂਟ ਹੋ ਗਈ, ਅਕਾਊਂਟਿੰਗ ਹੋ ਗਈ, ਬ੍ਰਾਂਡਿੰਗ ਹੋ ਗਈ। ਸੋ ਇਹ ਕੋਰਸਿਸ ਉਹਨਾਂ ਨੂੰ, ਲੀਡਰਸ਼ਿਪ ਹੋ ਗਈ, ਇਸ ਤਰ੍ਹਾਂ ਦੇ ਕੋਰਸਿਸ ਉਹਨਾਂ ਨੂੰ ਸੂਟ ਕਰਦੇ ਨੇ। ਹੁਣ ਆ ਗਈ ਗੱਲ ਸਾਡੇ ਕੋਲੇ ਆਰਟਸ ਵਾਲੇ ਬੱਚਿਆਂ ਦੀ। ਆਰਟਸ ਵਾਲੇ ਬੱਚੇ ਨੋਰਮਲੀ ਹੋਟਲ ਮੈਨੇਜਮੈਂਟ ਵਿੱਚ ਜਾਂਦੇ ਨੇ, ਹੌਸਪਿਟੈਲਿਟੀ ਜਿਹਨੂੰ ਅਸੀਂ ਕਹਿੰਦੇ ਹਾਂ। ਫਿਰ ਕਈ ਵਾਰ ਕਿਸੇ ਦੀ ਸਾਈਕੋਲੋਜੀ ਪੜ੍ਹੀ ਹੁੰਦੀ ਹੈ ਤਾਂ ਉਹਦੇ ਨਾਲ ਰਿਲੇਟਡ ਕੋਈ ਕੋਰਸ ਟੋਲ ਕੇ ਦਿੰਦੇ ਆ ਐਸੋਸੀਏਟਸ ਆਫ ਆਰਟਸ ਦੇ ਵਿੱਚ, ਜਿਹੜਾ ਉਹਦੇ 'ਤੇ ਸਟ੍ਰੈਸ ਕਰਦਾ ਹੋਵੇ। ਕਈ ਵਾਰ ਕਿਸੇ ਦੀ ਪੋਲੀਟੀਕਲ ਪੜ੍ਹੀ ਹੁੰਦੀ ਹੈ। ਸੋ ਅਕੋਰਡਿੰਗ ਟੂ ਸਬਜੈਕਟ, ਈਵਨ ਸਬਜੈਕਟ ਦੇ ਵਿੱਚ ਕਿਹਦੇ 'ਚ ਨੰਬਰ ਵੀ ਹਾਇਰ ਨੇ, ਅਸੀਂ ਉਹ ਵੀ ਕੰਸੀਡਰ ਕਰਦੇ ਹਾਂ ਤਾਂ ਕਿ ਬੱਚੇ ਨੂੰ ਇੱਕ ਤਾਂ ਜੇ ਨੰਬਰ ਉਹਦੇ ਹਾਇਰ ਨੇ ਤਾਂ ਇੱਕ ਚੀਜ਼ ਕਲੀਅਰ ਹੈ ਵੀ ਉਹਦਾ ਜਿਹੜਾ ਫਲੇਅਰ ਆ ਉਹੀ ਚੀਜ਼ ਦੇ ਵਿੱਚ ਹੈ, ਉਹਨੂੰ ਪੜ੍ਹਨ 'ਚ ਵੀ ਉਹੀ ਵਧੀਆ ਲੱਗ ਰਹੀ ਹੈ, ਉਹ ਉਹਦੇ 'ਚ ਹੀ ਮਾਸਟਰ ਹੈ ਇੱਕ ਤਰ੍ਹਾਂ ਨਾਲ ਆਪਣੀ ਰੇਂਜ ਦਾ। ਸੋ ਇਸ ਕਰਕੇ ਅਗਰ ਉਹ ਅੱਗੇ ਵੀ ਉਹੀ ਪੜ੍ਹਨ ਜਾ ਰਿਹਾ ਹੈ ਤਾਂ ਉਹਨੂੰ ਮਤਲਬ ਆਸਾਨੀ ਵੀ ਰਹਿੰਦੀ ਹੈ, ਪੜ੍ਹ ਵੀ ਠੀਕ ਲੈਂਦਾ ਅਤੇ ਉਹਨੂੰ ਲਾਈਫ ਲੌਂਗ ਵੀ ਮੇਰੇ ਖਿਆਲ ਦੇ ਵਿੱਚ ਇੰਨੀ ਪ੍ਰੋਬਲਮ ਨਹੀਂ। ਵੀਜ਼ਾ ਪੁਆਇੰਟ ਆਫ ਵਿਊ ਤੋਂ ਵੀ ਇਹ ਚੀਜ਼ ਕਲੀਅਰ ਹੋ ਜਾਂਦੀ ਹੈ ਵੀ ਇਹਦਾ ਬੱਚਾ ਇਹ ਚੀਜ਼ ਦੇ ਵਿੱਚ ਇੰਟਰਸਟਡ ਹੈ, ਇਹੀ ਚੀਜ਼ਾਂ ਕਰ ਰਿਹਾ, ਇਹੀ ਇਹਨੂੰ ਆਉਂਦੀ ਹੈ। ਸੋ ਇਸ ਕਰਕੇ ਕੰਸਲਟੈਂਟ ਹੋਣ ਜਾਂ ਕੋਈ ਵੀ ਗਾਈਡ ਹੋਵੇ, ਐਟਲੀਸਟ ਬੱਚੇ ਨੂੰ ਇਹ ਚੀਜ਼ਾਂ ਦੱਸ ਸਕਦੇ ਨੇ। ਸੋ ਜਦੋਂ ਵੀ ਕਿਤੇ ਜਾਂਦੇ ਹੋ ਤੁਸੀਂ, ਕਾਲਜ ਹੈ, ਕੋਰਸ ਹੈ, ਇਹ ਚੀਜ਼ਾਂ ਦੇ ਵਿੱਚ ਥੋੜ੍ਹਾ ਜਿਹਾ ਇੰਟਰਸਟ ਲੈ ਕੇ ਡਿਵੈਲਪ ਕਰੋ। ਜਾਣ ਤੋਂ ਪਹਿਲਾਂ ਐਟਲੀਸਟ ਕੀ ਪੜ੍ਹਨਾ ਹੈ, ਕਿੰਨੇ ਇਹਦੇ ਕ੍ਰੈਡਿਟਸ ਨੇ, ਕਿੰਨੇ ਨੇ, ਕੀ ਦੇ ਰਿਹਾ, ਉਹ ਹਰ ਚੀਜ਼ ਬੱਚੇ ਨੂੰ ਅਵੇਅਰ ਹੋਣੀ ਚਾਹੀਦੀ ਹੈ। ਕਿਉਂਕਿ ਉੱਥੇ ਧੱਕੇ ਖਾ ਕੇ ਸਿੱਖਣ ਨਾਲੋਂ ਮੇਰੇ ਹਿਸਾਬ 'ਚ ਬਿਹਤਰ ਹੈ ਵੀ ਜਿਹੜੇ 2 ਮਹੀਨੇ ਉਰੇ ਲਾਉਣੇ ਨੇ ਉਹ ਇਸ ਚੀਜ਼ 'ਤੇ ਲਾ ਲਓ। ਸਰ ਅਲੱਗ-ਅਲੱਗ ਕੰਟਰੀਜ਼ ਦੀ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਆਸਟ੍ਰੇਲੀਆ ਦੀ, ਆਪਾਂ ਗੱਲ ਕਰਦੇ UK ਦੀ, ਆਪਾਂ ਗੱਲ ਕਰਦੇ ਆ ਕੈਨੇਡਾ ਦੀ, ਸਰ ਇਹਨਾਂ ਦੀ ਬੈਂਡ ਰਿਕੁਆਇਰਮੈਂਟ ਸੇਮ ਹੁੰਦੀ ਹੈ ਜਾਂ ਅਲੱਗ-ਅਲੱਗ ਕੋਈ ਫਰਕ ਹੁੰਦਾ ਹੈ? ਜਿਸ ਤਰ੍ਹਾਂ ਆਪਾਂ ਗੱਲ ਕਰਦੇ ਕਿ +2 ਤੋਂ ਬਾਅਦ, ਗ੍ਰੈਜੂਏਸ਼ਨ ਤੋਂ ਬਾਅਦ ਔਰ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ, ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਬੰਦਾ ਜੋ ਹੈ ਡਾਕਟਰੀਏਟ ਵਾਸਤੇ ਜਾ ਸਕਦਾ ਮੇਰੇ ਖਿਆਲ ਦੇ ਵਿੱਚ। ਔਰ ਸਰ ਇਹਦੇ 'ਚ ਜੋ ਬੈਂਡ ਰਿਕੁਆਇਰਮੈਂਟ ਕੀ ਹੁੰਦੀ ਹੈ ਉਹਦੇ ਬਾਰੇ ਜਾਣਕਾਰੀ ਦਿਓ। ਦੇਖੋ ਬੈਂਡ ਰਿਕੁਆਇਰਮੈਂਟ ਜਿਹੜੀ ਹੈਗੀ ਆ ਅਕੋਰਡਿੰਗ ਟੂ ਜਿੰਨੀ ਹਾਇਰ ਐਜੂਕੇਸ਼ਨ ਗੇਨ ਕਰਨ ਜਾ ਰਿਹਾ ਉਹਦੇ ਅਕੋਰਡਿੰਗਲੀ ਹਾਇਰ ਜਾਂਦੀ ਹੈ। ਸੋ ਬੇਸਿਕਲੀ ਮੈਂ ਇਹਨੂੰ 3-4 ਸਲੈਬਸ ਦੇ ਵਿੱਚ ਹੀ ਕਰਦਾ। ਫਸਟ ਸਲੈਬ ਜਿਹੜੀ ਤੁਸੀਂ ਕਹਿੰਦੇ ਵੀ ਉਹ ਰਿਸਰਚ ਕਰਨ ਜਾ ਰਹੇ ਨੇ, ਇਟ ਮੀਨਸ 7+ ਬੈਂਡਸ ਵਾਲਾ ਹੀ ਬੰਦਾ ਹੋਣਾ ਚਾਹੀਦਾ, ਕਿਉਂਕਿ ਜਦ ਤੱਕ ਤੁਹਾਡੀ ਲੈਂਗੁਏਜ ਸਕਿੱਲ ਉਸ ਲੈਵਲ 'ਤੇ ਨਹੀਂ ਹੈਗੀ, ਰਿਸਰਚ ਦੈਟ ਇਜ਼ ਨਾਟ ਪੋਸੀਬਲ, ਰਾਈਟ। ਅੰਡਰਸਟੈਂਡਿੰਗ ਇੰਨੀ ਹਾਇਰ ਚਾਹੀਦੀ ਹੁੰਦੀ ਹੈ। ਫਿਰ PG ਕੋਰਸਿਸ ਨੇ। PG ਕੋਰਸਿਸ 2 ਕੈਟਾਗਰੀ 'ਚ ਆ ਜਾਂਦੇ ਨੇ। ਕਿਸੇ ਦੇ ਵਿੱਚ ਉਹ 6.5 ਜਾਂ 7 ਲੈਂਦੇ ਨੇ, 6.5 ਤੋਂ ਥੱਲੇ ਨਹੀਂ ਲੈਂਦੇ। ਕੁਛ ਦੇ ਵਿੱਚ 6.5 ਓਵਰਆਲ ਹੋ ਜਾਣ, 6 ਈਚ ਹੋ ਜਾਣ, ਉਹ ਵੀ ਪੋਸੀਬਿਲਿਟੀ ਬਣ ਜਾਂਦੀ ਹੈ। ਫਿਰ ਆ ਜਾਂਦੇ ਹਾਂ ਅਸੀਂ +2 ਵਾਲੇ ਬੱਚਿਆਂ ਦੀ, ਤਾਂ ਇਹਦੇ ਵਿੱਚ ਮੈਕਸਿਮਮ ਉਹ 6 ਈਚ ਮਿਨੀਮਮ ਰਿਕੁਆਇਰਮੈਂਟ ਹੈ। ਇਹ ਮੈਂ ਜਿਹੜੀਆਂ ਰਿਕੁਆਇਰਮੈਂਟਾਂ ਦੱਸੀਆਂ ਨੇ ਇਹ ਸਾਰੀਆਂ ਮਿਨੀਮਮ ਨੇ ਜਿੱਥੇ ਅਸੀਂ ਇੱਕ ਜੈਨੂਅਨ ਵੀਜ਼ਾ ਪ੍ਰੋਸੈਸ ਕਰਨਾ ਹੈ। ਬਾਕੀ ਮਾਰਕੀਟ ਦੇ ਵਿੱਚ 1 ਚੋਂ 5.5 ਨੇ, 2 ਚੋਂ 5.5 ਨੇ, ਤੁਹਾਡੇ 5 ਨੇ, ਤੁਹਾਡੇ 4 ਨੇ। ਇਹ ਜਿਹੜੀਆਂ ਚੀਜ਼ਾਂ ਨੇ ਇਹ ਇੱਕ ਸਮਝ ਲਓ ਵੀ ਟਰਾਇਲ ਬੇਸਿਸ 'ਤੇ ਕੰਮ ਕਰਦੇ ਨੇ ਲੋਕ, ਪਤਾ ਨਹੀਂ ਉਹਨਾਂ ਨੂੰ ਕਿਵੇਂ ਵਰਕਆਊਟ ਕਰਦੇ ਨੇ ਉਸ ਚੀਜ਼ ਦੇ ਵਿੱਚ। ਹਾਂ, ਇਹ ਹੈ ਕੈਨੇਡਾ ਦੀ। ਸੈਕਿੰਡ ਚੀਜ਼ ਆ ਗਈ ਸਾਡੇ ਕੋਲ, ਅਗਰ ਹੁਣ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਵੀ 6.5 6 ਉੱਥੇ 1 'ਚ 5.5 ਨਾਲ ਚੱਲ ਸਕਦਾ। ਇਸ ਤਰ੍ਹਾਂ ਉੱਥੇ ਰਿਲੈਕਸੇਸ਼ਨ ਹੋ ਸਕਦੀ ਹੈ। UK ਵਿਦਾਊਟ ਆਇਲਸ ਵੀ ਹੋ ਜਾਂਦਾ ਜੇ ਤੁਹਾਡੇ ਇੰਗਲਿਸ਼ ਦੇ ਮਾਰਕਸ 65% ਤੋਂ ਉੱਪਰ ਨੇ। ਤਾਂ ਮਤਲਬ ਕਈ ਵਾਰ ਕੀ ਹੁੰਦਾ ਹੈ, ਜੋ ਮੈਂ ਇਸ ਫੀਲਡ ਦੇ ਵਿੱਚ ਰਹਿ ਕੇ ਮਹਿਸੂਸ ਕੀਤਾ ਵੀ ਕੰਸਲਟੈਂਟ ਜਿਹੜੇ ਨਹੀਂ ਵਧੀਆ ਹੈਗੇ ਉਹ ਇੱਕ ਕੰਟਰੀ ਦੀ ਗੱਲ ਦੂਜੀ ਕੰਟਰੀ 'ਤੇ ਲਾ ਕੇ ਬੰਦੇ ਨੂੰ ਬੇਵਕੂਫ ਬਣਾ ਦਿੰਦੇ ਨੇ। ਓਕੇ, ਜਿਵੇਂ ਹੁਣ UK ਦੇ ਵਿੱਚ ਵਿਦਾਊਟ ਇੰਗਲਿਸ਼ ਹੋ ਗਿਆ, ਤੁਹਾਨੂੰ ਕਿਸੇ ਨੇ ਕੈਨੇਡਾ ਹੀ ਭੇਜਤਾ ਇਹ ਕਹਿ ਕੇ ਵੀ ਲੈ ਕੋਈ ਗੱਲ ਹੀ ਨਹੀਂ ਹੈਗੀ। ਸੋ ਇਹ ਚੀਜ਼ ਹੈ। ਸੋ ਇਸ ਕਰਕੇ ਪਹਿਲਾਂ ਤਾਂ ਤੁਸੀਂ ਕੰਟਰੀ ਡਿਸਾਈਡ ਕਰੋ। ਔਰ ਮੇਰੇ ਖਿਆਲ ਦੇ ਵਿੱਚ ਤਾਂ ਜਿਹੜਾ ਹੈਗਾ ਬੱਚੇ ਨੂੰ ਇੰਨਾ ਕੁ ਤਾਂ ਅਵੇਅਰ ਹੋਣਾ ਹੀ ਚਾਹੀਦਾ, ਜਿੱਥੇ ਉਹ ਮਾਂ-ਬਾਪ ਦੇ 10-20 ਲੱਖ ਰੁਪਏ ਖਰਚ ਰਿਹਾ ਵੀ ਉਹਨੂੰ ਇਹ ਵੀ ਚੀਜ਼ ਨਹੀਂ ਪਤਾ ਹੈਗੀ, ਤਾਂ ਮੇਰੇ ਖਿਆਲ ਦੇ ਵਿੱਚ ਉਹ ਕੋਈ ਐਡੀ ਬੜੀ ਵਧੀਆ ਗੱਲ ਨਹੀਂ ਹੈਗੀ। ਬੱਚੇ ਨੂੰ ਖੁਦ ਥੋੜ੍ਹੀ ਜਿਹੀ ਐਫਰਟ ਤਾਂ ਕਰਨੀ ਚਾਹੀਦੀ ਹੈ।
ਅੱਛਾ ਸਰ, ਇੱਕ ਕੁਝ ਐਡਵਰਟੀਜ਼ਮੈਂਟਸ ਜਿਹੜੀਆਂ ਅਕਸਰ ਦੇਖੀਆਂ ਜਾਂਦੀਆਂ ਕਿ ਕੈਨੇਡਾ ਵਿਦਆਊਟ ਆਇਲਟਸ ਹੈ, ਅਖਬਾਰਾਂ ਦੇ ਵਿੱਚ ਔਰ ਪੋਸਟਰਸ ਦੇ ਜ਼ਰੀਏ, ਔਰ ਇਹ ਪ੍ਰੋਪੇਗੇਟ ਕੀਤਾ ਜਾਂਦਾ ਹੈ ਕਿ ਸ਼ਾਇਦ ਬੱਚਾ ਆਸਟ੍ਰੇਲੀਆ ਜਾ ਸਕਦਾ ਹੈ, ਕੈਨੇਡਾ ਜਾ ਸਕਦਾ ਹੈ, ਜਾਂ ਕੁਝ ਦੂਸਰੇ ਕੰਟਰੀਜ਼ ਜਿਹੜੇ ਹੈਗੇ ਉੱਥੇ ਜਾ ਸਕਦਾ ਵਿਦਆਊਟ ਆਇਲਟਸ। ਕੀ ਇਸ ਤਰ੍ਹਾਂ ਦੀ ਕੋਈ ਆਪਸ਼ਨ ਹੁੰਦੀ ਹੈ? ਨਹੀਂ, ਬੇਸਿਕਲੀ ਮੈਂ ਦੱਸਦਾ ਵੀ ਕਈ ਵਾਰ ਕੀ ਹੁੰਦਾ ਹੈ, ਕਈ ਕੰਟਰੀਜ਼ ਜਿਹੜੀਆਂ ਨੇ, ਯੂਕੇ ਹੈ, ਕੈਨੇਡਾ ਹੈ, ਆਸਟ੍ਰੇਲੀਆ ਹੈ, ਉਹਨਾਂ ਦਾ ਜਿਹੜਾ ਕ੍ਰਾਈਟੇਰੀਆ ਹੈ ਉਹ ਸਾਰੀਆਂ ਕੰਟਰੀਜ਼ ਲਈ ਸੇਮ ਨਹੀਂ ਹੁੰਦਾ ਜੀ। ਸੋ ਇਸ ਕਰਕੇ ਬਹੁਤ ਸਾਰੀਆਂ ਐਸੀਆਂ ਸਕੀਮਸ ਨਿਕਲਦੀਆਂ ਨੇ ਜਿੱਥੇ ਇੱਕ ਕੰਟਰੀ ਉਹੀ ਚੀਜ਼ 'ਚ ਜਾ ਸਕਦੀ ਹੈ, ਦੂਜੀ ਕੰਟਰੀ ਨਹੀਂ ਜਾ ਸਕਦੀ ਜੀ। ਬਟ ਜਿਹੜਾ ਬੰਦਾ ਸੈਲਰ ਹੈ, ਵੇਚਣ ਵਾਲਾ ਹੈ, ਉਹ ਕਿਸੇ ਨੂੰ ਵੀ ਮੈਨੂਪੂਲੇਸ਼ਨ ਦੇ ਥਰੂ ਉਸ ਚੀਜ਼ ਫਸਾ ਸਕਦਾ ਵੀ ਆਹ ਦੇਖੋ ਲਿਖਿਆ ਹੋਇਆ ਇੰਨੀ ਕੀ ਚੀਜ਼। ਬਟ ਉਹ ਸਾਡੇ ਵਾਲੀ ਕੰਟਰੀ 'ਤੇ ਲੱਗ ਰਹੀ ਹੈ ਚੀਜ਼, ਸਾਡੀ ਕੰਟਰੀ 'ਚੋਂ ਬੰਦੇ ਜਾ ਰਹੇ ਨੇ, ਇਹ ਨਹੀਂ ਹੁੰਦਾ ਹੈਗਾ ਜੀ। ਹਾਂ, ਸੋ ਇਸ ਕਰਕੇ ਇਹ ਤਾਂ ਹੁਣ ਇਹ ਹੈ ਵੀ ਜੇ ਅਸੀਂ ਸੈਲਰ ਨੂੰ ਨਹੀਂ ਫੜ ਸਕਦੇ ਹੈਗੇ ਤਾਂ ਐਟਲੀਸਟ ਜਿਹੜਾ ਹੈਗਾ ਕਲਾਇੰਟ ਜਾਂ ਸਟੂਡੈਂਟ ਜਾਂ ਬਾਇਰ, ਉਹਨੂੰ ਹੀ ਆਪਣੇ ਆਪ ਨੂੰ ਇਸ ਚੀਜ਼ ਵਾਸਤੇ ਅਵੇਅਰ ਕਰਨਾ ਪਊਗਾ, ਕਿਉਂਕਿ ਜਦ ਤੱਕ ਉਹ ਨਹੀਂ ਅਵੇਅਰ ਹੋਊਗਾ ਉਨੀ ਦੇਰ ਤੱਕ ਇਸ ਤਰ੍ਹਾਂ ਦੀਆਂ ਇਹ ਚੀਜ਼ਾਂ ਮਾਰਕੀਟ 'ਚ ਚੱਲਦੀਆਂ ਰਹਿਣਗੀਆਂ, ਕਿਉਂਕਿ ਜਿੰਨੀ ਜ਼ਿਆਦਾ ਸਪਲਾਈ ਹੋਣੀ ਹੈ ਤਾਂ ਡਿਮਾਂਡ ਉਹਦੇ ਅਕੋਰਡਿੰਗਲੀ ਕ੍ਰੀਏਟ ਹੋਈ ਜਾਣੀ ਹੈ। ਜਦ ਇਹ ਚੀਜ਼ ਹੀ ਨਹੀਂ, ਇਹ ਬੰਦੇ ਨਹੀਂ ਬਚਣਗੇ, ਆਪਣੇ ਆਪ ਹੀ ਨੋਬਡੀ ਕੈਨ ਅਫੋਰਡ। ਜੀ ਸਰ, ਇਫ ਯੂ ਟਾਕ ਅਬਾਊਟ ਸਕਾਲਰਸ਼ਿਪਸ, ਕੁਝ ਇਸ ਤਰ੍ਹਾਂ ਦਾ ਵੀ ਕੋਈ ਸਕੀਮ ਹੁੰਦੀ ਹੈ ਕਿ ਬੱਚੇ ਨੂੰ ਕੋਈ ਸਕਾਲਰਸ਼ਿਪ ਮਿਲ ਜਾਂਦੀ ਹੈ, ਆਇਲਟਸ 'ਚੋਂ ਅੱਛਾ ਬੈਂਡ ਹੋਵੇ, ਅੱਛਾ ਪੜ੍ਹਿਆ ਲਿਖਿਆ ਹੈ, ਆਪਾਂ ਗੱਲ ਕਰਦੇ ਹਾਂ ਕਿ ਮਤਲਬ ਖਰਚਾ ਜਿਹੜਾ 15 ਤੋਂ 20 ਲੱਖ ਰੁਪਏ ਆ ਜਾਂਦਾ ਹੈ, ਕੋਈ ਇਸ ਤਰ੍ਹਾਂ ਦਾ ਵੀ ਉਹ ਬਣਦਾ ਹੈ, ਸਿਚੁਏਸ਼ਨ ਬਣਦੀ ਹੈ ਜਿਹਦੇ 'ਚ ਇੱਕ ਬੱਚਾ ਹੈ ਜੋ ਵਿਲਿੰਗ ਹੈ, ਉਹ ਇੱਕ ਪਾਸੇ ਮਿਹਨਤ ਕਰਕੇ ਸ਼ਾਇਦ ਆਪਣਾ ਖਰਚਾ ਬਚਾ ਸਕੇ, ਕੋਈ ਐਸੀ ਸਕੀਮ ਹੈ ਸਰ? ਦੇਖੋ, ਉਹਦੇ ਵਿੱਚ ਜਿਹੜੀ ਸਕਾਲਰਸ਼ਿਪ ਦਾ ਹੈ ਉਹ ਯੂਨੀਵਰਸਿਟੀਜ਼ ਮੈਕਸਿਮਮ ਪ੍ਰੋਵਾਈਡ ਕਰਦੀਆਂ ਨੇ ਇਸ ਦੇ ਵਿੱਚ, ਪਹਿਲੀ ਗੱਲ। ਦੂਜੀ ਗੱਲ ਇਹ ਹੈ ਵੀ ਜਿਹੜਾ ਆਇਲਟਸ ਦੇ ਵਿੱਚ ਹਾਇਰ ਬੈਂਡ ਹੈ, ਇਹਦੇ ਬੇਸ 'ਤੇ ਕਦੇ ਸਕਾਲਰਸ਼ਿਪ ਨਹੀਂ ਮਿਲਦੀ ਹੈਗੀ। ਸਕਾਲਰਸ਼ਿਪ ਮਿਲਦੀ ਹੈ ਤੁਹਾਨੂੰ ਤੁਹਾਡੇ ਅਕੈਡਮਿਕਸ ਦੇ ਬੇਸ 'ਤੇ, ਵੀ ਜੇ ਉਹਦੇ ਵਿੱਚ ਤੁਹਾਡੇ ਬਹੁਤ ਵਧੀਆ ਨੰਬਰ ਨੇ ਅਲੋਂਗ ਵਿਦ ਆਇਲਟਸ ਸਕੋਰ, ਤਾਂ ਕਿ ਉਹ ਐਡਮਿਸ਼ਨ ਵੀ ਦੇ ਸਕਣ ਤੁਹਾਨੂੰ ਅਤੇ ਤੁਹਾਨੂੰ ਇੱਕ ਸਿੰਸੀਅਰ ਸਟੂਡੈਂਟ ਕੰਸੀਡਰ ਕਰ ਸਕਣ। ਸੋ ਇਸ ਕਰਕੇ ਜਿਹੜੀ ਇਹ ਸਕਾਲਰਸ਼ਿਪ ਹੈ ਉਹ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਹੈ। ਇਸ ਤਰ੍ਹਾਂ ਹੈ, ਜਿਹੜੀ ਗੱਲ ਤੁਸੀਂ ਪੁੱਛ ਰਹੇ ਹੋ ਵੀ ਕੀ ਬੰਦਾ ਖਰਚਾ ਚੱਕ ਸਕੇ, ਤਾਂ ਜਿਹੜੀ ਇਹ ਵਾਲੀ ਚੀਜ਼ ਹੈਗੀ ਹੈ ਤਾਂ ਉਰੋਂ ਅਸੀਂ ਇਸ ਦੇ ਬੇਸ 'ਤੇ ਕਦੇ ਜਾ ਨਹੀਂ ਸਕਦੇ ਵੀ ਖਰਚਾ ਸਾਡਾ ਕੋਈ ਹੋਰ ਚੱਕੂਗਾ। ਜੇ ਤੁਸੀਂ ਯੂਨੀਵਰਸਿਟੀ ਨੂੰ ਸਕਾਲਰਸ਼ਿਪ ਅਪਲਾਈ ਕਰਨੀ ਹੈ, ਪਹਿਲਾਂ ਸਰਚ ਕਰੋ ਕਿਹੜੀ ਆਰਗੇਨਾਈਜੇਸ਼ਨਸ ਨੇ, ਕਿਹੜੀਆਂ NGOs ਨੇ, ਕਿਹੜੀਆਂ ਯੂਨੀਵਰਸਿਟੀਜ਼ ਨੇ, ਉਹ ਕਿੰਨੀ ਤੁਹਾਨੂੰ ਦਿੰਦੀਆਂ ਨੇ, ਕਿੰਨਾ ਉਹਨਾਂ ਨੇ ਆਫਰ ਕਰਤਾ, ਫਿਰ ਉਸ ਤੋਂ ਬਾਅਦ ਡਿਸੀਜਨ ਲਓ। ਨਾ ਤਾਂ ਉੱਥੇ ਜਾ ਕੇ ਕੋਈ ਚੀਜ਼ ਚੇਂਜ ਹੋਣੀ ਹੈ, ਨਾ ਕੁਝ ਹੋਣਾ ਹੈ। ਸੋ ਉਰੋਂ ਜਿਹੜਾ ਹੈਗਾ, ਬਾਕੀ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿੰਦਾ, ਜਿਹੜੇ ਬੱਚੇ ਪੜ੍ਹਨ ਦੇ ਵਿੱਚ ਬਹੁਤ ਵਧੀਆ ਹੁੰਦੇ ਨੇ, ਜਦੋਂ ਉੱਧਰ ਜਾ ਕੇ ਪੜ੍ਹਦੇ ਨੇ, ਸਪੋਜ਼ ਕਈ ਵਾਰ ਬੱਚੇ ਕੀ ਹੁੰਦੇ ਨੇ ਵੀ ਟੌਪ ਕਰਦੇ ਨੇ ਜੀ, ਟੌਪ ਕਰਨ ਵਾਲੇ ਬੱਚਿਆਂ ਦੀਆਂ ਉਹ ਫੀਸਾਂ ਅੱਗੇ ਜਾ ਕੇ ਕਈ ਵਾਰ ਮਾਫ ਕਰ ਦਿੰਦੇ ਨੇ। ਸੋ ਹਾਂ, ਉਹ ਜਿਹੜੀ ਚੀਜ਼ ਕਰਦੇ ਨੇ ਉਹ ਕਰਦੇ ਨੇ। ਸੋ ਇਸ ਕਰਕੇ, ਲੇਕਿਨ ਉਹਨੂੰ ਬੇਸ ਬਣਾ ਕੇ ਅਸੀਂ ਇੱਥੋਂ ਚਲੇ ਜਾਈਏ ਵੀ ਮੈਂ ਕੱਲ੍ਹ ਨੂੰ ਐਂ ਕਰ ਲੂੰਗਾ, ਮੇਰੀ ਮਾਫ ਹੋ ਜੂਗੀ ਫੀਸ, ਇਹਦੇ ਹੱਕ 'ਚ ਮੈਂ ਹਾਂ ਨਹੀਂ। ਹਾਂ, ਤੁਹਾਨੂੰ ਉਹ ਚੀਜ਼ ਮਿਲਦੀ ਹੈ ਓਪਰਚੁਨਿਟੀ, ਤੁਸੀਂ ਸਿਲੈਕਟ ਹੋ ਜਾਂਦੇ ਹੋ ਜਾਂ ਤੁਸੀਂ ਉੱਥੇ ਜਾ ਕੇ ਕਿਸੇ ਸਕੀਮ 'ਚ ਅਪਲਾਈ ਕਰ ਦਿੰਦੇ ਹੋ, ਤੁਹਾਨੂੰ ਮਿਲ ਜਾਂਦੀ ਹੈ, ਦੈਟ ਇਜ਼ ਉਹ ਤੁਹਾਡਾ ਐਂ ਸਮਝ ਲਓ ਵੀ ਸਰਪਲਸ ਹੈ ਜੀ। ਵਿਊਅਰਸ, ਜੋ ਇਨਫੋਰਮੇਸ਼ਨ ਬਹੁਤ ਅੱਛੀ ਜਾ ਰਹੀ ਹੈ। ਹੋਰ ਕਈ ਕੁਐਸਚਨਸ ਹੈਗੇ, ਆਪਾਂ ਇਹ ਲੈਂਥ ਆਫ ਵੀਡੀਓ ਦੇਖ ਕੇ ਜੋ ਹੈ ਡਿਸਕਨੈਕਟ ਹੋਣ ਦੀ ਜ਼ਰੂਰਤ ਨਹੀਂ, ਬਹੁਤ ਅੱਛੀ ਇਨਫੋਰਮੇਸ਼ਨ ਅੱਗੇ ਵੀ ਹੈ, ਅਸੀਂ ਕੰਟੀਨਿਊ ਰੱਖਾਂਗੇ। ਸਰ, ਅਗਲਾ ਕੁਐਸਚਨ ਮੇਰਾ ਇਹ ਹੈ ਤੁਹਾਡੇ ਤੋਂ, ਪ੍ਰਾਈਵੇਟ ਕਾਲਜਿਸ ਔਰ ਗਵਰਨਮੈਂਟ ਕਾਲਜਿਸ, ਗਵਰਨਮੈਂਟ ਯੂਨੀਵਰਸਿਟੀਜ਼, ਉਹਦੇ ਬਾਰੇ ਸੁਣਨ 'ਚ ਆਇਆ ਕਾਫੀ, ਮਤਲਬ ਬੱਚਾ ਕਨਫਿਊਜ਼ ਹੁੰਦਾ ਹੈ ਕਿ ਮੈਂ ਜਿੱਥੇ ਜਾ ਰਿਹਾ ਉਹ ਗਵਰਨਮੈਂਟ ਕਾਲਜ ਹੈ, ਆਈਦਰ ਉਹ ਇੱਕ ਪ੍ਰਾਈਵੇਟ ਕਾਲਜ ਹੈ। ਇਹਦੇ 'ਤੇ ਪ੍ਰਾਈਵੇਟ ਔਰ ਗਵਰਨਮੈਂਟ ਕਾਲਜ ਇਹ ਕੀ ਫੰਡ ਹੈ ਸਰ? ਇਹਦੇ ਬਾਰੇ ਵੀ ਥੋੜ੍ਹਾ ਜਾਣਕਾਰੀ ਦਿਓ। ਬੇਸਿਕਲੀ ਕਾਲਜਿਸ ਜਿਹੜੇ ਹੈਗੇ ਨੇ ਉਹ ਫੰਡਡ ਬਾਏ ਪਬਲਿਕ ਨੇ, ਮਤਲਬ ਗਵਰਨਮੈਂਟ ਉਹਨਾਂ ਨੂੰ ਫੰਡ ਕਰ ਰਹੀ ਹੈ, ਜਾਂ ਉਹ ਪ੍ਰਾਈਵੇਟ ਹੈਂਡਸ ਦੇ ਵਿੱਚ ਨੇ। ਨੋਰਮਲੀ ਜਿਹੜੀ ਉਹਨਾਂ ਦੀ ਕੰਡੀਸ਼ਨ ਹੈ ਉਹ DLI ਲਾਇਸੈਂਸ ਦੀ ਹੈ, ਵੀ ਅਗਰ ਜਿਨ੍ਹਾਂ ਕੋਲ ਇੰਸਟੀਟਿਊਸ਼ਨ ਦਾ DLI ਲਾਇਸੈਂਸ ਹੈ ਦੇ ਆਰ ਵੈਲਿਡ। ਬਟ ਜਿਨ੍ਹਾਂ ਨੂੰ ਹੁਣ ਜਿਹੜੇ ਇਹਦੇ ਵਿੱਚ ਕੈਟਾਗਰੀ ਸਾਨੂੰ ਦੇਖਣੀ ਚਾਹੀਦੀ ਹੈ, ਉਹ ਦੋ ਕੈਟਾਗਰੀਜ਼ ਬਣ ਜਾਂਦੀਆਂ ਨੇ। ਉਹ ਕਾਲਜਿਸ ਜਿਨ੍ਹਾਂ ਦੇ ਵਿੱਚ ਗਵਰਨਮੈਂਟ ਹੈ, ਵਰਕ ਪਰਮਿਟ ਹੈ, ਪ੍ਰਾਈਵੇਟ ਨੇ, ਵਰਕ ਪਰਮਿਟ ਹੈ ਜਾਂ ਵਰਕ ਪਰਮਿਟ ਨਹੀਂ ਹੈ ਜੀ। ਸੋ ਕੁਝ ਕਾਲਜਿਸ ਨੇ ਪ੍ਰਾਈਵੇਟ ਜਿਨ੍ਹਾਂ ਦੇ ਵਿੱਚ ਵਰਕ ਪਰਮਿਟ ਕਿਸੇ ਕੁਝ ਕੋਰਸਾਂ ਦੇ ਵਿੱਚ ਹੈ, ਕਿਸੇ ਦੇ ਵਿੱਚ ਬਿਲਕੁਲ ਹੀ ਹੈ ਨਹੀਂ। ਸੋ ਬੱਚਿਆਂ ਨੂੰ ਜਿਹੜੀਆਂ ਚੀਜ਼ਾਂ ਤੁਸੀਂ ਕੁਐਸਚਨ ਉਠਾਇਆ ਤਾਂ ਉਹਦੇ 'ਚ ਮੈਂ ਇਹੀ ਕਹੂੰਗਾ ਵੀ 3 ਚੀਜ਼ਾਂ ਦਾ ਦਿਮਾਗ 'ਚ ਰੱਖੋ, ਵੀ ਉਹਨਾਂ ਦੇ ਪਹਿਲਾ ਕੋਰਸ ਜਿਹੜਾ ਕਾਲਜ ਹੈ
ਉਹਦੀ ਲੋਕੇਸ਼ਨ ਉਹਨਾਂ ਨੂੰ ਠੀਕ ਹੈ, ਦੂਜਾ ਕੀ ਉਹ ਕੋਰਸ ਜਿਹੜਾ ਹੈਗਾ ਉਹਦੀ ਡਿਊਰੇਸ਼ਨ ਤੇ ਉਹਦੀ ਫੀਸ ਉਹਨਾਂ ਨੂੰ ਠੀਕ ਹੈ, ਤੀਸਰਾ ਕੀ ਉਸ ਕੋਰਸ ਤੋਂ ਬਾਅਦ ਵਰਕ ਪਰਮਿਟ ਹੈ ਜਾਂ ਨਹੀਂ ਹੈ, ਤੇ ਜੇ ਵਰਕ ਪਰਮਿਟ ਹੈ ਤਾਂ ਮਤਲਬ ਉਹ ਕਿੰਨੀ ਦੇਰ ਦਾ ਹੈ, ਕਿਸ ਤਰ੍ਹਾਂ ਹੈ, ਇਹ ਸਾਰੀਆਂ ਕੰਡੀਸ਼ਨਸ ਸਾਰੀਆਂ ਪਹਿਲਾਂ ਚੈੱਕ ਕਰ ਲੈਣ। ਇਕੱਲੇ ਕਾਲਜ ਪਿੱਛੇ ਨਾ ਜਾਣ, ਪ੍ਰਾਈਵੇਟ ਕਾਲਜ ਦੇ ਵਿੱਚ ਹਰ ਇੱਕ ਕੋਰਸ ਪਿੱਛੇ ਵਰਕ ਪਰਮਿਟ ਹੈ, ਦੈਟ ਇਜ਼ ਨਾਟ ਨੈਸੈਸਰੀ। ਹਾਂ, ਤਾਂ ਇਸ ਕਰਕੇ ਉਹ ਚੀਜ਼ ਨੂੰ ਅਵੋਇਡ ਕਰਨ, ਪਹਿਲਾਂ ਆਪਣੇ ਕੋਰਸ ਬਾਰੇ ਪਤਾ ਕਰ ਲੈਣ ਵੀ ਕੀ ਇਹਦੇ ਪਿੱਛੇ ਇਹ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੈ ਜਾਂ ਨਹੀਂ ਹੈ। ਅੱਛਾ ਸਰ, ਇੱਕ ਗੱਲ ਦੱਸੋ, ਜੋ ਮਤਲਬ ਪਰਮਿਸ਼ਨ ਆਫ ਵਰਕ ਹੁੰਦੀ ਹੈ ਸਟੂਡੈਂਟ ਨੂੰ, ਉਹ ਵੀ ਕੰਟਰੀ ਟੂ ਕੰਟਰੀ ਵੇਰੀ ਕਰਦੀ ਹੈ? ਸਾਰੇ ਕੰਟਰੀਜ਼ ਦੇ ਵਿੱਚ ਹੁੰਦਾ ਵੀ ਇੰਨੇ ਘੰਟੇ ਬੱਚਾ ਕੰਮ ਕਰ ਸਕਦਾ ਹੈ? ਇਹ ਨਾਰਮਲੀ ਜੋ ਅਸੀਂ ਰੂਲ ਦੇਖਿਆ ਉਹੀ ਹੈ ਵੀ ਫੁੱਲ ਟਾਈਮ 40 ਆਵਰਸ ਕੰਸੀਡਰ ਕੀਤੇ ਜਾਂਦੇ ਨੇ ਇੱਕ ਬੰਦੇ ਦੇ ਪਰ ਵੀਕ ਕੰਮ ਦੇ, ਤੇ ਸਟੂਡੈਂਟਸ ਨੂੰ 20 ਆਵਰਸ ਅਲਾਉਡ ਹੁੰਦੇ ਨੇ। ਇਹ ਇੱਕ ਸਟੈਂਡਰਡਾਈਜ਼ ਰੂਲ ਹੈ ਜਿਹੜਾ ਅਸੀਂ ਕੈਨੇਡਾ 'ਚ ਦੇਖਿਆ, ਆਸਟ੍ਰੇਲੀਆ 'ਚ ਦੇਖਿਆ, ਨਿਊਜ਼ੀਲੈਂਡ 'ਚ ਦੇਖਿਆ ਜਾਂ UK 'ਚ ਦੇਖਿਆ, ਤਾਂ ਇੱਕ ਇਸ ਤਰ੍ਹਾਂ ਦਾ ਰੂਲ ਹੈ। ਬਟ ਜਿਹੜੀ ਕੰਡੀਸ਼ਨ ਹੈ ਵੀ ਪਬਲਿਕ ਹੌਲੀਡੇਜ਼ ਦੇ ਵਿੱਚ ਕਿਸ ਤਰ੍ਹਾਂ ਚੇਂਜ ਹੋ ਜਾਂਦਾ ਹੈ, ਜਾਂ ਓਵਰ ਟਾਈਮ ਨੂੰ ਉਹ ਕਿਵੇਂ ਦੇਖਦੇ ਨੇ, ਜਾਂ ਵਕੇਸ਼ਨਸ ਨੂੰ ਕਿਵੇਂ ਦੇਖਦੇ ਨੇ, ਇਹ ਕੰਟਰੀ ਟੂ ਕੰਟਰੀ ਡਿਫਰ ਹੋ ਸਕਦਾ ਹੈ। ਜੀ, ਹੁਣ ਆਪਾਂ ਗੱਲ ਕਰਦੇ ਹਾਂ ਸਰ PR ਦੀ, ਕਿ ਸਟੂਡੈਂਟ ਗਿਆ ਉੱਥੇ, ਉਹਨੇ ਸਟੱਡੀ ਕਰ ਲਈ, ਉਹਦੇ 'ਚ ਮੈਂ ਇਹ ਜੋ ਤੁਸੀਂ ਗੱਲ ਕਹੀ ਹੈ ਕਿ ਵਰਕ ਪਰਮਿਟ ਹੈ ਜਾਂ ਨਹੀਂ, ਮੈਂ ਸੌਰੀ PR ਕਹਿ ਕੇ ਵਰਕ ਪਰਮਿਟ ਦੀ ਗੱਲ ਕਰ ਰਿਹਾ ਕਿ ਵਰਕ ਪਰਮਿਟ ਜਦੋਂ ਬੱਚੇ ਨੂੰ ਮਿਲਦਾ ਉਹ ਕਿੰਨੀ ਦੇਰ ਦਾ ਹੁੰਦਾ ਸਰ? ਵਰਕ ਪਰਮਿਟ ਵੀ ਡਿਪੈਂਡ ਕਰਦਾ ਹੈ। ਜਿਸ ਤਰ੍ਹਾਂ ਹੁਣ ਕੋਈ ਬੱਚੇ ਜਾਂਦੇ ਨੇ, ਕਈ ਇਹ ਬੇਸਿਕਲੀ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ ਕਿਉਂਕਿ ਉੱਥੇ ਦਾ ਸਿਸਟਮ ਬਾਕੀਆਂ ਦੇ ਆਸਟ੍ਰੇਲੀਆ ਦੇ ਵਿੱਚ ਵੀ ਹੈ, ਨਿਊਜ਼ੀਲੈਂਡ 'ਚ ਵੀ ਹੈ, ਸਾਰੇ ਹੀ ਹੈ। ਇਹਨਾਂ ਦੇ ਵਿੱਚ ਅਗਰ ਮੈਂ ਦੇਖਾਂ ਤਾਂ 2 ਏਰੀਆਜ਼ ਦੇ ਵਿੱਚ ਇਹਨਾਂ ਨੂੰ ਡਿਵਾਈਡ ਕਰ ਲਓ, ਚਾਹੇ ਉਹ ਆਸਟ੍ਰੇਲੀਆ, ਚਾਹੇ ਉਹ ਨਿਊਜ਼ੀਲੈਂਡ ਹੈ, ਚਾਹੇ ਉਹ ਕੈਨੇਡਾ। ਇੱਕ ਅਰਬਨ ਏਰੀਆਜ਼, ਇੱਕ ਸਬ ਅਰਬਨ, ਜਿਹਦੇ ਵਿੱਚ ਉਹ ਉਹਨਾਂ ਨੂੰ ਡਿਵੈਲਪ ਕਰਨਾ ਚਾਹੁੰਦੇ ਨੇ, ਜਿੱਥੇ ਕਿ ਉਹ ਪੁਆਇੰਟ ਐਕਸਟਰਾ ਦੇ ਦਿੰਦੇ ਨੇ ਸੈਟਲ ਹੋਣ ਦੇ। ਸੋ ਉੱਥੇ ਟਾਈਮ ਘੱਟ ਲੱਗਦਾ ਸੈਟਲ ਹੋਣ ਨੂੰ, ਤੇ ਜਿਹੜੇ ਅਰਬਨ ਏਰੀਆਜ਼ ਨੇ, ਮੇਨ ਸਿਟੀਜ਼ ਨੇ, ਉੱਥੇ ਜਿਹੜਾ ਹੈਗਾ ਮੈਟਰੋ ਸਿਟੀਜ਼ ਹੋ ਗਈਆਂ ਉਹਨਾਂ ਦੀਆਂ ਜਿਹੜੀਆਂ ਅਸੀਂ ਕਹਿੰਦੇ, ਉੱਥੇ ਟਾਈਮ ਵੱਧ ਲੱਗਦਾ। ਸੋ ਵਰਕ ਪਰਮਿਟ ਜਿਹੜੀ ਹੈਗੀ ਹੈ ਵੀ ਸਾਲ ਬਾਅਦ PR ਹੋਊਗੀ, 2 ਸਾਲ ਬਾਅਦ PR ਹੋਊਗੀ, ਇਹ ਡਿਪੈਂਡ ਕਰੂਗਾ ਤੁਹਾਡੀ ਏਜ ਫੈਕਟਰ, ਤੁਹਾਡੀ ਇੰਗਲਿਸ਼ ਦੀ ਐਬਿਲਿਟੀ, ਤੁਹਾਡਾ ਕਿੰਨੇ ਸਾਲ ਤੁਸੀਂ ਉੱਥੇ ਪੜ੍ਹੇ ਹੋ, ਔਰ ਉਹ ਪੜ੍ਹਾਈ ਕਿਹੜੇ ਲੈਵਲ ਦੀ ਹੈ, ਡਿਗਰੀ ਹੈ, ਡਿਪਲੋਮਾ ਹੈ, ਆਫਟਰ ਗ੍ਰੈਜੂਏਸ਼ਨ ਹੈ, ਆਫਟਰ +2 ਹੈ, ਆਫਟਰ ਮਾਸਟਰਸ ਹੈ, ਅਤੇ ਉੱਥੇ ਕੰਮ ਤੁਸੀਂ ਬੈਕ, ਜਿਵੇਂ ਹੁਣ ਉਰੋਂ ਕਈ ਬੱਚੇ 2 ਸਾਲ ਦੇ ਗੈਪ ਨਾਲ ਜਾਂਦੇ ਨੇ, ਉਰੇ ਕੰਮ ਕਰਦੇ ਕਰਦੇ ਚਲੇ ਜਾਂਦੇ ਨੇ, ਤਾਂ ਉਹ ਐਕਸਪੀਰੀਅੰਸ ਵੀ ਕਾਊਂਟ ਹੁੰਦਾ ਹੈ। ਹਾਂ, ਅਤੇ ਉਹ ਕਿਹੜੇ ਏਰੀਆ 'ਚ ਪੜ੍ਹ ਰਹੇ ਨੇ ਉਹਦੇ ਪੁਆਇੰਟ ਅਲੱਗ ਮਿਲਣੇ ਨੇ। ਸੋ ਇਹ ਕੰਬੀਨੇਸ਼ਨ ਹੈ ਸਾਰੀਆਂ ਚੀਜ਼ਾਂ ਦਾ। ਸੋ ਇਸ ਕਰਕੇ ਵਰਕ ਪਰਮਿਟ 1 ਸਾਲ ਦਾ ਹੈ, 3 ਸਾਲ ਦਾ ਹੈ, ਇਹ ਉਹਦੇ ਉੱਤੇ ਡਿਪੈਂਡ ਕਰਦਾ ਵੀ ਉਹਨਾਂ ਨੂੰ PR 1 ਸਾਲ ਦੇ ਪਰਮਿਟ ਨਾਲ ਵੀ ਪੋਸੀਬਿਲਿਟੀ ਬਣ ਸਕਦੀ ਹੈ ਕੰਮ ਕਰਨ ਨਾਲ, 2 ਸਾਲ ਨਾਲ ਪੁਆਇੰਟ ਪੂਰੇ ਹੋ ਸਕਦੇ ਨੇ, ਜਾਂ ਕਈਆਂ ਨੂੰ 3 ਸਾਲ ਵੀ ਪੂਰਾ ਦੇਣਾ। ਜੀ, ਇੱਕ ਕੁਐਸਚਨ ਜੋ ਦਿਮਾਗ 'ਚ ਆ ਰਿਹਾ, तो सर कुछ ऐसे कोर्सेज है जिहदे नाल जल्दी मतलब बच्चा सैटल हो जाए या कुछ मतलब इस तरह का कोई होवे ਤੁਹਾਡੇ ਦਿਮਾਗ ਦੇ ਵਿੱਚ? देखो ਕੋਰਸਿਸ ਕਿਹੜੇ ਨੇ ਜਿਹਦੇ 'ਚ ਜਲਦੀ ਸੈਟਲ ਹੋ ਜਾਵੇ ਜਾਂ ਨਹੀਂ ਹੋ ਜਾਵੇ ਨਹੀਂ ਹੈ। ਜਿਵੇਂ ਹੁਣ ਕੈਨੇਡਾ ਹੈ, ਕੈਨੇਡਾ ਦੇ ਵਿੱਚ ਇਹ ਮੈਟਰ ਹੀ ਨਹੀਂ ਕਰਦਾ ਵੀ ਤੁਸੀਂ ਪੜ੍ਹਾਈ ਕਿਹੜੀ ਕੀਤੀ ਹੈ, ਉੱਥੇ ਨੰਬਰ ਆਫ ਈਅਰਸ ਮੈਟਰ ਕਰਦੇ ਨੇ, ਪੜ੍ਹੇ ਕਿੱਥੇ ਹੋ ਇਹ ਮੈਟਰ ਕਰਦਾ, ਕਿਹੜੀ ਟੈਰੀਟਰੀ 'ਚ, ਏਰੀਏ 'ਚ, ਇਹ ਦੋ ਹੀ ਚੀਜ਼ਾਂ। ਆਸਟ੍ਰੇਲੀਆ ਦੇ ਵਿੱਚ ਇਹ ਤੁਹਾਡਾ ਕੁਐਸਚਨ ਥੋੜ੍ਹਾ ਜਿਹਾ ਵੈਲਿਡ ਹੈ। ਉੱਥੇ ਇੱਕ ਲਿਸਟ ਇਸ਼ੂ ਹੁੰਦੀ ਹੈ, ਉਹਦੇ ਵਿੱਚ ਪੁਆਇੰਟ ਲਿਖੇ ਹੁੰਦੇ ਨੇ ਵੀ ਆਹ ਪ੍ਰੋਫੈਸ਼ਨ ਦੇ ਇੰਨੇ ਪੁਆਇੰਟ ਮਿਲਣਗੇ ਤੁਹਾਨੂੰ ਜੇ ਇਹਦੇ 'ਚ ਤੁਸੀਂ ਪੜ੍ਹਦੇ ਹੋ। ਸੋ ਉੱਥੇ ਤੁਹਾਡੇ ਵਾਲੀ ਇਹ ਗੱਲ ਕਿਸੇ ਹੱਦ ਤੱਕ ਹੁੰਦੀ ਹੈ, ਬਟ ਉਹਦੇ 'ਚ ਵੀ ਫਿਰ ਵੀ ਮੈਂ ਉਹੀ ਗੱਲ ਕਹੂੰਗਾ ਵੀ ਜੇ ਤੁਸੀਂ ਇੰਜੀਨੀਅਰਿੰਗ ਕੀਤੀ ਹੋਈ ਹੈ, ਹੁਣ ਤੁਸੀਂ ਕੁਝ ਹੋਰ ਕਿਵੇਂ ਕਰ ਲਓਗੇ, ਤੁਹਾਨੂੰ ਪੜ੍ਹਨਾ ਤਾਂ ਆਪਣੀ ਲਾਈਨ ਦੇ ਵਿੱਚ ਹੀ ਹੈ ਨਾ ਜੀ। ਸੋ ਕੋਰਸ ਹੋ ਸਕਦਾ ਵੀ ਥੋੜ੍ਹਾ ਬਹੁਤ ਤੁਸੀਂ ਉਹਨੂੰ ਦੇਖ ਲਓ ਵੀ ਕਿਹਦੇ 'ਚ ਨੰਬਰ ਅੱਗੇ ਨੂੰ ਵੱਧ ਮਿਲ ਜਾਣਗੇ ਜਾਂ ਘੱਟ ਮਿਲ ਜਾਣਗੇ। ਬਾਕੀ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ, ਨੰਬਰ ਆਫ ਈਅਰਸ ਅਤੇ ਐਜੂਕੇਸ਼ਨ ਕਿਹੜੀ ਟੈਰੀਟਰੀ 'ਚ ਲੈਤੀ ਹੈ ਉਹ ਮੈਟਰ ਕਰਦੀ ਹੈ। ਸਰ ਇੱਕ ਇੱਥੇ ਇਹ ਜਾਣਕਾਰੀ ਚਾਹੀਦੀ ਹੈ, ਕੁਛ ਇੱਕ ਡਿਪਲੋਮਾ ਕੋਰਸਿਸ ਜਾਂ ਆਪਾਂ ਕਹਿ ਦਈਏ ਵੋਕੇਸ਼ਨਲ ਕੋਰਸਿਸ, ਜਿਸ ਤਰ੍ਹਾਂ ਆਪਾਂ ਪਲੰਬਿੰਗ ਕਹਿ ਦਿੰਦੇ ਹਾਂ, ਕਾਰਪੈਂਟਰੀ ਕਹਿ ਦਿੰਦੇ ਹਾਂ, ਇਹਦੇ ਨਾਲ ਮਿਲਦੇ ਜੁਲਦੇ ਕੁਛ ਕੋਰਸਿਸ ਉਹ ਪਤਾ ਲੱਗੇ ਵੀ ਬੜਾ ਪੋਟੈਂਸ਼ੀਅਲ ਹੈ, ਬੜੇ ਮਤਲਬ ਰਿਕੁਆਇਰਮੈਂਟ ਹੈ ਉੱਥੇ। ਕੀ ਇਹ ਹਕੀਕਤ ਹੈ ਕਿ ਇਸ ਤਰ੍ਹਾਂ ਦਾ ਕੋਈ ਕੋਰਸ ਕਰਨ ਸਟੂਡੈਂਟ ਜਾ ਸਕਦਾ ਹੈ, ਤਾਂ ਕੀ ਉਹਦੀ ਰਿਕੁਆਇਰਮੈਂਟ ਹੋਊਗੀ? ਦੇਖੋ ਜਿਹੜੇ ਇਹ ਪਲੰਬਿੰਗ, ਕਾਰਪੈਂਟਰੀ ਜਾਂ ਇਸ ਤਰ੍ਹਾਂ ਦੇ ਜਿੰਨੇ ਵੀ ਕੋਰਸਿਸ ਨੇ, ਇਹ ਬੇਸਿਕਲੀ ਇਹ ਕੋਰਸਿਸ ਇੱਥੋਂ ਬੱਚਾ ਅਗਰ ਵੀਜ਼ੇ ਵਾਸਤੇ ਪਾਉਂਦਾ ਹੈ ਤਾਂ ਉਹਦੇ ਵੀਜ਼ਾ ਚਾਂਸਿਸ ਘੱਟ ਜਾਂਦੇ ਨੇ। ਵਜ੍ਹਾ ਕੀ ਹੈ, ਉਹ ਸੋਚਦੇ ਨੇ ਵੀ ਜਿਹੜਾ ਕੋਰਸ ਤੁਸੀਂ ਇੱਥੇ 1.5 ਲੱਖ 'ਚ ਕਰ ਸਕਦੇ ਹੋ, ਤੁਸੀਂ ਉੱਥੇ ਆ ਕੇ ਕੀ ਕਰੋਗੇ ਉਹਦੇ ਵਾਸਤੇ ਜੀ। ਕਿਉਂਕਿ ਪਲੰਬਿੰਗ ਹੋ ਗਈ ਸਕਿੱਲ ਹੈ, ਕਾਰਪੈਂਟਰੀ ਹੋ ਗਈ ਸਕਿੱਲ ਹੈ, ਸਕਿੱਲ ਇੱਥੇ ਵੀ ਲੈਤੀ ਜਾ ਸਕਦੀ ਹੈ, ਇਹ 'ਚ ਐਕਸਪੋਜਰ ਕੋਈ ਐਡਾ ਬੜਾ ਮੈਟਰ ਨਹੀਂ ਕਰਦਾ ਹੈਗਾ। ਸੋ ਇਸ ਕਰਕੇ ਉਹ ਐਜੂਕੇਸ਼ਨ ਨਹੀਂ ਹੈ ਜਿਹਦੇ ਵਿੱਚ ਜਾ ਕੇ ਐਕਸਪੋਜਰ ਰੋਲ ਪਲੇ ਕਰੂਗਾ। ਸੋ ਇਹ ਸੋਚਦੇ ਨੇ ਵੀ ਤੁਸੀਂ 20 ਲੱਖ ਇਸ ਚੀਜ਼ 'ਤੇ ਕਿਉਂ ਖਰਚਣਾ ਜਦ ਤੁਸੀਂ ਇਹ ਲੱਖ 'ਚ ਉਰੇ ਕਰ ਸਕਦੇ ਹੋ।
ਸਰ ਜੋ ਐਡਮਿਸ਼ਨ ਪ੍ਰੋਸੈਸ ਹੈ 1 to 1 ਆਪਾਂ ਉਹਨੂੰ ਡਿਸਕਸ ਕਰਦੇ ਹਾਂ ਕਿ ਬੱਚਾ ਆ ਗਿਆ ਜੀ, ਆਇਲਟਸ ਦੀ ਉਹਨੇ ਬੈਂਡ ਰਿਕੁਆਇਰਮੈਂਟ ਪੂਰੀ ਕਰ ਲਈ। ਉਸ ਤੋਂ ਬਾਅਦ ਜਦ ਆਪਾਂ ਪ੍ਰੋਸੈਸ ਕਰਾਂਗੇ, ਜਿਵੇਂ ਆਪਾਂ GIC ਦੀ ਗੱਲ ਕਰਦੇ ਹਾਂ ਜਾਂ ਮੈਡੀਕਲ ਦੀ ਗੱਲ ਕਰਦੇ ਹਾਂ ਜਾਂ ਉਹਦੇ ਮਤਲਬ ਜੋ ਵੀ ਅੱਗੇ ਕੀ ਪ੍ਰੋਸੈਸ ਹੈ ਮੈਨੂੰ ਨਹੀਂ ਪਤਾ ਸਰ, ਉਹਦੇ ਬਾਰੇ ਕੰਪਲੀਟ ਜਿਹੜਾ ਜਾਣਕਾਰੀ ਸਾਡੇ ਵਿਊਅਰਸ ਤੱਕ ਦੇ ਦਿਓ। ਦੇਖੋ ਇਹਦੇ ਵਿੱਚ ਜਿੰਨੇ ਵੀ ਸਟੈਪਸ ਨੇ, ਪਹਿਲੇ ਸਟੈਪ ਦੇ ਵਿੱਚ ਇਹੀ ਹੈ ਵੀ ਤੁਸੀਂ ਆਇਲਟਸ ਕਰੋ ਜੀ, ਉਹ ਵੀ ਹਾਇਰ ਬੈਂਡਸ ਨਾਲ ਕਰੋ ਜਿੰਨੇ ਮੈਕਸਿਮਮ ਲੈ ਕੇ ਜਾ ਸਕਦੇ ਹੋ, ਤਾਂ ਕਿ ਵੀਜ਼ਾ ਪ੍ਰੋਸੈਸ ਆਸਾਨ ਹੋ ਜਾਵੇ ਜੀ। ਜਿਸ ਵਕਤ ਤੁਸੀਂ ਆਇਲਟਸ ਕਰ ਰਹੇ ਹੋ, ਈਵਨ ਉਸ ਵਕਤ ਵੀ ਡਿਊਰਿੰਗ ਦੈਟ ਪੀਰੀਅਡ ਤੁਸੀਂ ਆਪਣੇ ਕੋਰਸ ਦੀ ਰਿਸਰਚ ਜਾਰੀ ਰੱਖੋ ਵੀ ਮੈਂ ਆਹ ਕੋਰਸ ਕਰਨਾ ਹੈ, ਆਹ ਕਾਲਜ ਕਰਨਾ ਹੈ, ਕਿਉਂਕਿ ਜਿਸ ਦਿਨ ਆਇਲਟਸ ਆਇਆ ਤਾਂ ਉਹ ਤੁਹਾਡਾ ਫਾਈਨਲ ਡਿਸੀਜਨ ਡੇ ਹੋਣਾ ਵੀ ਹੁਣ ਕਿੱਥੇ ਅਪਲਾਈ ਕਰੀਏ ਜੀ। ਸੋ ਪਹਿਲਾ ਸਟੈਪ ਕੀ ਹੈ, ਆਇਲਟਸ ਕਰਨਾ ਤੇ ਸਾਈਮਲਟੇਨੀਅਸਲੀ ਰਿਸਰਚ ਕਰਨੀ ਵੀ ਮੈਂ ਕਿੱਥੇ ਜਾਣਾ, ਕਿਹੜਾ ਮੈਨੂੰ ਠੀਕ ਰਹੂਗਾ, ਚਾਹੇ ਉਹ ਫੀਸ ਦਾ ਮੈਟਰ ਹੈ, ਚਾਹੇ ਉਹ ਟੈਰੀਟਰੀ ਦਾ ਮੈਟਰ ਹੈ ਵੀ ਕਿੱਥੇ ਜਾਣਾ ਹੈ, ਚਾਹੇ ਉਹ ਕੋਰਸ ਹੈ ਵੀ ਕਿਹੜਾ ਕਰਨਾ ਹੈ, ਕਾਲਜ ਕਿਹੜਾ ਹੈ। ਸੋ ਇਹ ਚੀਜ਼ਾਂ ਡਿਸਾਈਡ ਹੋ ਗਈਆਂ, ਆਇਲਟਸ ਕਰ ਲਿਆ, ਹੋ ਗਿਆ। ਐਪਲੀਕੇਸ਼ਨ ਪਾਈ ਜਾਊਗੀ। ਮੈਂ ਚਾਹੂੰਗਾ ਵੀ ਤੁਸੀਂ ਐਪਲੀਕੇਸ਼ਨ ਕਦੇ ਵੀ ਇੱਕ ਕਾਲਜ 'ਚ ਨਾ ਪਾਓ, 2-3 'ਚ ਪਾਓ ਤਾਂ ਕਿ ਬੈਕਅਪ ਰਹੇ। ਕਿਤੇ ਕਈ ਵਾਰ ਇਹ ਚੀਜ਼ ਹੁੰਦੀ ਹੈ ਵੀ ਅੱਗੇ ਉਹ ਡੈਫਰ ਕਰਦੇ ਨੇ ਜਾਂ ਕੁਝ ਕਰਦੇ ਨੇ ਤਾਂ ਕਈ ਵਾਰ 4-6 ਮਹੀਨੇ ਖਰਾਬ ਹੋ ਜਾਂਦੇ ਨੇ, ਉਹਨੂੰ ਅਵੋਇਡ ਕਰੋ। ਕਿਉਂਕਿ ਹੁਣ ਜਿਹੜੀ ਐਪਲੀਕੇਸ਼ਨ ਫੀਸ ਜਾਣੀ ਹੈ ਉਹ $100-150 ਐਕਸਟਰਾ ਜਾਣੀ ਹੈ। ਜਿੱਥੇ ਅਸੀਂ 18 ਲੱਖ ਖਰਚਣ ਨੂੰ ਫਿਰਦੇ ਹਾਂ, 16 ਲੱਖ ਖਰਚਣ ਨੂੰ ਫਿਰਦੇ ਹਾਂ, ਤਾਂ ਉਹ 5-7 ਹਜ਼ਾਰ ਰੁਪਇਆ ਇੰਨਾ ਮੈਟਰ ਨਹੀਂ ਕਰਦਾ ਵੀ ਸਾਡੇ 6 ਮਹੀਨੇ ਖਰਾਬ ਕਰ ਜਾਵੇ। ਫਿਰ ਜਦੋਂ ਆਫਰ ਲੈਟਰ ਆ ਗਈ ਹੈ ਤਾਂ GIC ਅਕਾਊਂਟ ਖੋਲ੍ਹ ਕੇ ਤੁਸੀਂ GIC ਭਰਨੀ ਹੈ, ਫੀਸ ਭਰਨੀ ਹੈ, ਇਨ ਬਿਟਵੀਨ ਤੁਸੀਂ ਆਪਣਾ ਮੈਡੀਕਲ ਕਰਵਾ ਸਕਦੇ ਹੋ। ਮੈਡੀਕਲ ਹੋ ਗਿਆ, GIC ਭਰੇਗੀ, ਫੀਸ ਭਰੇਗੀ, ਲੌਜਮੈਂਟ ਜੀ। ਬਸ ਕੈਨੇਡਾ ਵਾਸਤੇ ਇਹ ਪ੍ਰੋਸੈਸ ਹੈ। ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਆਸਟ੍ਰੇਲੀਆ ਦੇ ਵਿੱਚ ਪਹਿਲਾਂ ਐਡਮਿਸ਼ਨ ਵਾਸਤੇ ਭੇਜੋਗੇ, ਯੂਨੀਵਰਸਿਟੀ ਕਨਫਰਮ ਕਰਕੇ ਐਡਮਿਸ਼ਨ ਕਰੂਗੀ, ਫਿਰ ਫੰਡਿੰਗ ਵਗੈਰਾ ਜਾਣ ਤੋਂ ਬਾਅਦ GTE ਕਲੀਅਰ ਹੁੰਦੀ ਹੈ, GTE ਕਲੀਅਰ ਹੋਣ ਤੋਂ ਬਾਅਦ ਫਿਰ ਅੰਬੈਸੀ ਦੇ ਵਿੱਚ ਜਾਂਦੀ ਹੈ ਚੀਜ਼। ਉਹਨਾਂ ਦਾ ਅਲੱਗ ਸਿਸਟਮ ਹੈ, ਇਹਨਾਂ ਦਾ ਅਲੱਗ ਸਿਸਟਮ ਹੈ ਜੀ। ਸਰ ਇੱਕ ਇੱਥੇ ਜੋ ਮੇਨ ਕੁਐਸਚਨ ਇਹ ਬਣਦਾ ਹੈ ਸਰ, ਜੋ ਪੇਰੈਂਟਸ ਹੈ, ਪੇਰੈਂਟਸ ਵਾਸਤੇ ਇੱਕ ਡਰੀਮ ਹੁੰਦਾ ਆਪਣੇ ਬੱਚੇ ਨੂੰ ਸੈਟਲ ਕਰਨਾ। ਕਿਉਂਕਿ ਇੱਕ ਜਦੋਂ ਬੱਚਾ ਜਾਂਦਾ ਕਿਸੇ ਕੰਟਰੀ ਦੇ ਵਿੱਚ ਜਾਂਦਾ, ਪੈਸਾ ਮੈਟਰ ਨਹੀਂ ਕਰਦਾ, ਪੈਸਾ 15-20 ਲੱਖ ਰੁਪਇਆ ਚਲੋ ਠੀਕ ਹੈ, ਇੱਥੇ ਵੀ ਬਿਜ਼ਨਸ ਕਰਵਾਇਆ ਜਾ ਸਕਦਾ। ਇੱਕ ਮਤਲਬ ਪੇਰੈਂਟਸ ਦਾ ਇੱਕ ਡਰੀਮ ਜੁੜ ਜਾਂਦਾ, ਇੱਕ ਬੱਚੇ ਦੇ ਨਾਲ ਇੱਕ ਪੂਰੀ ਫੈਮਿਲੀ ਜੁੜੀ ਹੁੰਦੀ ਹੈ। ਉਹਦੇ 'ਚ ਤੁਸੀਂ ਕੀ ਸੁਜੈਸਟ ਕਰੋਗੇ ਕਿ ਉਹ ਕੋਰਸ ਆਪਟ ਕਰਨ ਦੇ ਵਿੱਚ, ਈਵਨ ਕੰਸਲਟੈਂਟ ਨੂੰ ਆਪਟ ਕਰਨ ਦੇ ਵਿੱਚ ਕਿਹਨਾਂ ਚੀਜ਼ਾਂ ਦਾ ਧਿਆਨ ਰੱਖਣ, ਕਿਵੇਂ ਮਤਲਬ ਇਹ ਸਾਰੀ ਰਿਸਰਚ ਕਰਨ? ਮੈਂ ਪੇਰੈਂਟਸ ਦੀ ਗੱਲ ਕਰ ਰਿਹਾ, ਸਟੂਡੈਂਟਸ ਦੀ ਨਹੀਂ ਸਰ। ਦੇਖੋ ਪੇਰੈਂਟਸ ਨੂੰ ਮੈਂ ਪਹਿਲੀ ਗੱਲ ਤਾਂ ਇਹੀ ਕਹਿਣਾ ਚਾਹੁੰਦਾ ਵੀ ਕੁਝ ਲੋਕ ਸਮਝਦੇ ਨੇ ਵੀ ਲੋਕ ਸਿਰਫ ਬਾਹਰ ਪੈਸਾ ਕਮਾਉਣ ਜਾਂਦੇ ਨੇ, ਤਾਂ ਮੈਂ ਨਹੀਂ ਸਮਝਦਾ ਵੀ ਸਿਰਫ ਪੈਸਾ ਉੱਥੇ ਹੈ ਜਾਂ ਮਤਲਬ ਪੈਸੇ ਵਾਸਤੇ ਜਾਂਦੇ ਨੇ। ਚੇਂਜ ਹੋ ਜਾਂਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ। ਇੱਕ ਬੱਚੇ ਗਏ ਹੋਏ ਮੈਂ ਦੇਖਿਆ ਨੇ ਪਿੱਛੇ, ਫੈਮਲੀਆਂ ਚੇਂਜ ਹੋ ਗਈਆਂ, ਉਹਨਾਂ ਦੇ ਲਿਵਿੰਗ ਸਟੈਂਡਰਡ ਚੇਂਜ ਹੋ ਗਏ, ਉਹ ਜਿਵੇਂ ਰਹਿੰਦੇ ਥੇ ਸਾਰੀਆਂ ਚੀਜ਼ਾਂ ਚੇਂਜ ਹੋ ਗਈਆਂ। ਤਾਂ ਕਿਤੇ ਪਿੱਛੇ ਦੇਖਦੇ ਹੋਏ ਮੈਨੂੰ ਇਹ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਠੀਕ ਤਾਂ ਹੈ ਡਿਸੀਜਨ ਉਹਨਾਂ ਦੇ। ਵੀ ਹੁਣ ਜਿਹੜੀ ਗੱਲ ਉਰੇ ਦੀ ਹੈ ਵੀ ਪੇਰੈਂਟਸ ਕੀ ਕਰਨ, ਤਾਂ ਮੈਂ ਤਾਂ ਇਹੀ ਮੰਨਦਾ ਪੇਰੈਂਟਸ ਨੂੰ ਪਹਿਲਾਂ ਤਾਂ ਜੱਜ ਕਰਨਾ ਚਾਹੀਦਾ ਵੀ ਕਿਹੜੇ ਬੰਦੇ ਸਹੀ ਨੇ। ਜਿਵੇਂ ਉਹਨਾਂ ਦੀ ਸੁਸਾਇਟੀ 'ਚ ਹੀ ਬੰਦੇ ਨੇ, ਤੁਹਾਨੂੰ ਅਣਜਾਣ ਬੰਦੇ ਨੂੰ ਜੱਜ ਜਾ ਕੇ ਕਰਨ ਦੀ ਲੋੜ ਨਹੀਂ ਹੈ। ਤੁਸੀਂ ਆਪਣੇ ਆਲੇ ਦੁਆਲੇ ਦੇ, ਸਪੋਜ਼ ਤੁਹਾਡੇ ਹੀ ਕੋਈ ਆਲੇ ਦੁਆਲੇ ਦੇ ਘਰਾਂ ਦੇ ਵਿੱਚ ਸਰਕਾਰੀ ਅਫਸਰ ਹੈ, ਤੁਸੀਂ ਉਹਨੂੰ ਕਹੋ ਵੀ ਮੈਨੂੰ ਆਹ ਹੈਲਪ ਚਾਹੀਦੀ ਹੈ, ਵੀ ਮੈਨੂੰ ਬੰਦੇ ਮਿਲਾ। ਉਹਦੇ ਨਾਲ ਕੀ ਫ਼ਰਕ ਪੈਣਾ ਹੈ ਵੀ ਜਦੋਂ ਇਸ ਤਰ੍ਹਾਂ ਦੇ ਬੰਦੇ ਦੇ ਫੋਨ ਤੋਂ ਬਾਅਦ ਜਾਂ ਕਿਸੇ ਕਿਸਮ ਨਾਲ, ਤਾਂ ਐਟਲੀਸਟ ਇੱਕ ਕ੍ਰੈਡੀਬਿਲਿਟੀ ਦਾ ਪਤਾ ਲੱਗ ਜੂਗਾ। ਇੱਕ ਤਾਂ ਬੰਦੇ ਨੇ ਉਹਨੇ ਨਹੀਂ ਗਲਤ ਬੰਦੇ ਕੋਲੇ ਗਾਈਡ ਕਰਨਾ ਛੇਤੀ ਜੀ, ਦੂਸਰਾ ਜਿਹਨੂੰ ਦੱਸਤਾ ਫਿਰ ਉਹਨੇ ਵੀ ਉਸ ਚੀਜ਼ ਨੂੰ ਵਿੱਚ ਕੰਸੀਡਰ ਕਰਨਾ ਜੀ ਵੀ ਵਿੱਚ ਇਹਦੇ ਮਤਲਬ ਐਜੂਕੇਟਡ ਬੰਦੇ ਹੈਗੇ ਨੇ, ਜਿਹੜੀ ਚੀਜ਼ ਆਪਾਂ ਐਵੇਂ ਨਹੀਂ ਮਤਲਬ ਕਿਸੇ ਚੀਜ਼ ਨੂੰ ਉਹ ਕਰ ਸਕਦੇ। ਫਿਰ ਕਈ ਵਾਰ ਕੀ ਹੁੰਦਾ ਵੀ ਸਾਡੀ ਹੀ ਫੈਮਿਲੀ 'ਚੋਂ ਕੋਈ ਬੰਦੇ ਗਏ ਹੋਏ ਨੇ, ਗੱਲ ਉਹਨਾਂ ਦੀ ਵੀ ਸੁਣੋ, ਉਹਨਾਂ ਨੂੰ ਵੀ ਦੱਸੋ। ਡਿਸੀਜਨ ਕਿਸੇ ਜਲਦੀ ਦੇ ਵਿੱਚ ਨਾ ਲਓ ਜੀ। ਪੇਰੈਂਟਸ ਨੂੰ ਵੀ ਚਾਹੀਦਾ ਬੱਚੇ ਨੂੰ ਨਾਲ ਲੈ ਕੇ ਜਾਣ। ਇਹ ਹਮੇਸ਼ਾ ਯਾਦ ਰੱਖੋ, ਬੱਚੇ ਨੂੰ ਨਾਲ ਲੈ ਕੇ ਜਾਓ, ਕੋਲ ਬਿਠਾਓ, ਸਾਹਮਣੇ ਬਿਠਾਓ, ਕਿਉਂਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਨਹੀਂ ਪਤਾ ਉਹ ਬੱਚਿਆਂ ਨੂੰ ਪਤਾ ਨੇ, ਜਿਹੜੀਆਂ ਬੱਚਿਆਂ ਨੂੰ ਨਹੀਂ ਪਤਾ ਉਹ ਤੁਸੀਂ ਸਮਝ ਸਕਦੇ ਹੋ। ਸੋ ਇਹ ਦੋਨਾਂ ਦਾ ਕੰਬੀਨੇਸ਼ਨ ਹੀ ਜ਼ਰੂਰੀ ਹੈ ਵੀ ਜਦੋਂ ਜਾਓ ਦੋਨੇ ਇਕੱਠੇ ਜਾਓ ਜੀ, ਸਾਰੀ ਗੱਲ ਸਾਹਮਣੇ ਬੈਠ ਕੇ ਕਰਕੇ ਆਓ। ਕਿਉਂਕਿ ਕਈ ਵਾਰ ਬੱਚੇ ਇਕੱਲੇ ਚਲੇ ਜਾਂਦੇ ਨੇ ਤਾਂ ਪੇਰੈਂਟਸ ਨੂੰ ਸਮਝ ਨਹੀਂ ਆਉਂਦੀ। ਹਾਲਾਂਕਿ ਮੈਂ ਦੇਖਿਆ ਕਈ ਪੇਰੈਂਟਸ ਬੱਚਿਆਂ 'ਤੇ ਛੱਡ ਦਿੰਦੇ ਨੇ ਜਾਂ ਕਈ ਬੱਚੇ ਪੇਰੈਂਟਸ 'ਤੇ ਛੱਡ ਦਿੰਦੇ ਨੇ। ਇਹ ਦੋਨਾਂ ਦੇ ਵਿੱਚ ਹੀ ਹੈ, ਉਹ ਟਰਸਟ ਹੈ, ਪਿਆਰ ਹੈ, ਚਾਹੇ ਕੁਝ ਵੀ ਹੈ। ਬਟ ਸਟਿਲ ਮੈਂ ਫਿਰ ਵੀ ਇਹੀ ਚਾਹੁੰਦਾ ਹੁੰਦਾ ਵੀ ਐਂ ਇੱਕ ਦੂਜੇ ਨੂੰ ਦੇਖ ਕੇ ਬਚਦੇ ਜੇ ਰਹਿਣ ਜਾਂ ਡਰੀ ਜਾਣ ਵੀ ਪਤਾ ਨਹੀਂ ਕੀ ਹੋ ਗਿਆ ਹੋਊਗਾ, ਤਾਂ ਬਿਹਤਰ ਹੈ ਵੀ ਜਾ ਕੇ ਇਕੱਠੇ ਬੈਠਣ, ਗੱਲ ਕਰਨ, ਉਹਦੇ ਨਾਲ ਫੈਮਿਲੀ ਦਾ ਮਾਹੌਲ ਵੀ ਠੀਕ ਰਹੂ। ਜੀ।
ਸਰ ਬਹੁਤ ਲੰਬੀਆਂ ਗੱਲਾਂ ਹੋ ਗਈਆਂ ਤੁਹਾਡੇ ਨਾਲ, ਔਰ ਹੁਣ ਕੋਈ ਐਸੀ ਗੱਲ ਜੋ ਮੇਰੇ ਕੋਲੋਂ ਛੁੱਟ ਗਈ ਹੋਵੇ, ਜਾਂ ਮਤਲਬ ਇੱਕ ਮੈਂ ਅਪੀਲ ਐਂਡ ਦੇ ਵਿੱਚ ਲੰਨਾ ਆਪਣੇ ਵਿਊਅਰਸ ਵਾਸਤੇ, ਕੀ ਕਹਿਣਾ ਚਾਹੋਗੇ ਸਟੂਡੈਂਟਸ ਦੇ ਪੇਰੈਂਟਸ ਨੂੰ, ਕੁਝ ਆਪਣੇ ਤੌਰ ਦੇ ਉੱਪਰ ਇਨਪੁਟ ਅਗਰ ਤੁਸੀਂ ਦੇਣਾ ਚਾਹੋ? ਨਹੀਂ, ਬੇਸਿਕਲੀ ਮੇਰੇ ਖਿਆਲ 'ਚ ਤਾਂ ਮੈਂ ਬਹੁਤ ਕੁਝ ਬੋਲਤਾ, ਸ਼ਾਇਦ ਇੰਨਾ ਨਹੀਂ ਬੋਲਣਾ ਚਾਹੀਦਾ ਤਾਂ, ਲੇਕਿਨ ਪਰਪਸ ਮੇਰਾ ਇਹੀ ਤਾਂ ਇਸ ਦੇ ਵਿੱਚ ਵੀ ਜੇ ਜਿੰਨੇ ਬੰਦੇ ਮੇਰੇ ਕੋਲੇ ਆਉਂਦੇ ਨੇ ਜਾਂ ਜਿਹੜੇ ਕੰਸਲਟੈਂਟ ਕੋਲੇ ਵੀ ਜਾਂਦੇ ਨੇ, ਕਿਸੇ ਕੋਲੇ ਵੀ, ਤਾਂ ਉਹੀ ਗੱਲਾਂ ਸੁਣਨਾ ਚਾਹੁੰਦੇ ਹੁੰਦੇ ਨੇ ਜਿਹੜੀਆਂ ਗੱਲਾਂ ਜੇ ਤੁਸੀਂ ਮੇਰੇ ਤੋਂ ਪੁੱਛੀਆਂ ਨੇ। ਨੋਰਮਲੀ ਇਹੀ ਗੱਲਾਂ ਸੁਣਨਾ ਚਾਹੁੰਦੇ ਹੁੰਦੇ ਨੇ। ਸੋ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਇਹ ਜਿਹੜੀ ਤੁਹਾਡੀ ਫਸਟ ਇਨਫੋਰਮੇਸ਼ਨ ਹੈ ਉਹ ਤੁਹਾਨੂੰ ਪ੍ਰੋਵਾਈਡ ਕਰਤੀ, ਹੁਣ ਤੁਸੀਂ ਇਹਦੇ 'ਤੇ ਰਿਸਰਚ ਕਰੋ ਅਤੇ ਵਧੀਆ ਡਿਸੀਜਨ ਲਓ ਬਸ। ਜੀ ਜੀ ਸਰ, ਬਹੁਤ ਟਾਈਮ ਲੈ ਲਿਆ, ਥੈਂਕ ਯੂ ਵੈਰੀ ਮਚ ਤੋਂ ਆਪਣਾ ਟਾਈਮ ਸਪੇਅਰ ਕਰਨ ਵਾਸਤੇ, ਔਰ ਨੈਕਸਟ ਵੀਕ ਫੇਰ ਆਵਾਂਗੇ ਔਰ ਕੰਟੀਨਿਊਸਲੀ ਇਨਫੋਰਮੇਸ਼ਨ ਸਾਡੇ ਵਿਊਅਰਸ ਤੱਕ ਪਹੁੰਚਾਉਂਦੇ ਰਹਾਂਗੇ ਤੁਹਾਡੇ ਮਾਧਿਅਮ ਦੇ ਨਾਲ। ਸ਼ੁਕਰੀਆ ਸਰ, ਥੈਂਕ ਯੂ। ਆਪਾਂ ਗੱਲ ਕਰ ਰਹੇ ਸੀ ਇਮਤਿਆਜ਼ ਜੀ ਦੇ ਨਾਲ, ਜਿਨ੍ਹਾਂ ਨੇ ਬਹੁਤ ਟਾਈਮ ਵੀ ਦਿੱਤਾ ਔਰ ਬਹੁਤ ਵੈਲਿਊਏਬਲ ਇਨਫੋਰਮੇਸ਼ਨ ਵੀ ਦਿੱਤੀ ਸਾਡੇ ਵਿਊਅਰਸ ਨੂੰ। ਮੈਂ ਉਮੀਦ ਕਰਦਾ ਕਿ ਉਹ ਸਾਰੀ ਇਨਫੋਰਮੇਸ਼ਨ ਜੋ ਤੁਸੀਂ ਲੈਣਾ ਚਾਹੁੰਦੇ ਹੋ, ਉਹ ਸਾਰੀ ਇਨਫੋਰਮੇਸ਼ਨ ਇਸ ਵੀਡੀਓ ਦੇ ਵਿੱਚ ਹੈ। ਇੱਕ ਵਾਰ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੋ ਤਾਂ ਤੁਹਾਨੂੰ ਪਤਾ ਚੱਲ ਜੂ ਕਿ ਜੋ ਕੁਐਸਚਨ ਤੁਹਾਡੇ ਦਿਮਾਗ ਦੇ ਵਿੱਚ ਤੇ ਸ਼ਾਇਦ ਉਹਨਾਂ ਸਾਰਿਆਂ ਦਾ ਆਨਸਰ ਅਸੀਂ ਇਸ ਵੀਡੀਓ ਦੇ ਵਿੱਚ ਦੇ ਦਿੱਤਾ। ਔਰ ਨੈਕਸਟ ਵੀਕ ਫੇਰ ਇੱਕ ਵਧੀਆ ਟੌਪਿਕ ਦੇ ਨਾਲ, ਇੱਕ ਇਮੀਗ੍ਰੇਸ਼ਨ ਨਾਲ ਰਿਲੇਟਡ ਮੁੱਦੇ ਦੇ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਔਰ ਸੰਡੇ ਅਪਲੋਡ ਹੋਊਗੀ ਇੱਕ ਵੀਡੀਓ ਇਮੀਗ੍ਰੇਸ਼ਨ ਦੇ ਟੌਪਿਕ ਦੇ ਉੱਪਰ, ਸੰਡੇ 10 ਵਜੇ। ਕੱਲ ਤੁਸੀਂ ਦੇਖੋਗੇ ਵੀਡੀਓ, ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਿਹਤਰ ਤੋਂ ਬਿਹਤਰ ਟੌਪਿਕਸ ਦੇ ਉੱਪਰ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਔਰ ਉਮੀਦ ਕਰਦੇ ਹਾਂ ਕਿ ਤੁਸੀਂ ਅੱਗੇ ਸ਼ੇਅਰ ਵੀ ਕਰੋਗੇ ਔਰ ਇਸ ਵੀਡੀਓ ਨੂੰ ਦੇਖੋਗੇ ਵੀ। ਥੈਂਕ ਯੂ ਵੈਰੀ ਮਚ।